मैं निर्गुण यारे को गुण नाही, आपे तरस पयोई। तरस पया में रामत होई, सतगुर सजन मिलया। नानक नाम मिलै तां जीवा, तन मन थीवै हरिया। सुको होटल गुर सेवी, हैनस सहज सुभाए। दर्शन परसै गुरु का, जन्म मरण दुख जाए। होवै सिफत कसमदी, दूर अरसों कुरसों चटिया। तुद डिठे सचे पातशाह, मल जन्म जन्म दी कटिया। तुद डिठे सचे पातशाह, मल जन्म जन्म दी कटिया। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਪਹਿਲਾ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਸੁਖ ਸਹਿਜ ਆਵੇ ਸਾਚ ਭਾਵੈ, ਸਾਚ ਕੀ ਮਤ ਕਿਉ ਟਲੈ। ਇਸ਼ਨਾਨ ਦਾਨ ਸੋ ਗਿਆਨ ਮੰਜਨ, ਆਪ ਅਛਲਿਓ ਕਿਉ ਛਲੈ। ਪਰਪੰਚ ਮੋਹ ਬੇਕਾਰ ਥਾਕੈ, ਕੂੜ ਕਪਟ ਨਾ ਦੋਈ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਗੁਰੂ ਦਰਬਾਰ ਵਿੱਚ ਸ਼ਸ਼ੋਭਤ ਹੁੰਦਿਆਂ ਹੋਇਆਂ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰਕੇ ਮਿਲੇ ਹੋਏ ਇਸ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਤ ਸੰਗਤ ਵਿੱਚ ਲਾ ਕੇ ਸਫਲਾ ਬਣਾਇਆ ਹੈ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪਹਿਲਾ। ਸੋਹੀ ਰਾਗ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। 766 ਅੰਗ ਦੇ ਉੱਪਰ ਅੱਜ ਦੇ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਰਾਗ ਦਾ ਨਾਮ ਸੂਹੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਹ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕਰਦੇ ਹਨ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਜੋ ਸਾਡਾ ਮਨ ਹੈ ਇਹ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਜਿਹੜਾ ਮਨ ਵਿੱਚ ਚਾਅ ਬਣਿਆ ਰਹਿੰਦਾ ਨਾ, ਖੁਸ਼ੀ ਬਣੀ ਰਹਿੰਦੀ, ਖੇੜਾ ਬਣਿਆ ਰਹਿੰਦਾ,
ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੇ ਆਇਆ। ਉਹ ਕਿਹੜੀ ਘੜੀ ਹੋਵੇ, ਉਹ ਕਿਹੜਾ ਸਮਾਂ ਹੋਵੇ ਜਦੋਂ ਮੈਂ ਤੁਹਾਡੇ ਦਰ 'ਤੇ ਆ ਕੇ ਨਕਮਸਤਕ ਹੋਵਾਂ। ਐਸੀ ਦਾਤ ਤੁਹਾਡੀ ਮਿਹਰਮਤ ਬਿਨਾਂ ਪ੍ਰਾਪਤ ਨਹੀਂ ਹੁੰਦੀ ਹੈ। ਮੇਰਾ ਮਨ ਰਾਤਾ ਗੁਣ ਰਵੈ, ਸਾਡਾ ਇਹ ਮਨ ਰਾਤਾ ਕਹੀਏ ਰੰਗਿਆ ਹੋਇਆ, ਪ੍ਰੇਮ ਦੇ ਵਿੱਚ ਮਿਲਿਆ ਹੋਇਆ। ਐ ਸਤਿਗੁਰੂ ਜੀ ਆਪ ਜੀ ਦੇ ਗੁਣਾਂ ਨੂੰ ਰਵੇ ਕਹੀਏ ਉਚਾਰਦਾ ਹੈ, ਆਪ ਜੀ ਦੇ ਗੁਣਾਂ ਨੂੰ ਗਾਉਂਦਾ ਹੈ। ਪਰ ਬਚਨ ਇਹ ਹੈ, ਮਨ ਭਾਵੈ ਸੋਈ। ਮੈਨੂੰ ਇੱਕ ਆਪ ਜੀ ਦਾ ਜਸ ਕਰਨਾ ਹੀ ਭਾਉਂਦਾ ਚੰਗਾ ਲੱਗਦਾ ਹੈ। ਅਤੇ ਬਚਨ ਇਹ ਹੈ ਕਿ ਮੇਰਾ ਉਹ ਗਾਇਆ ਹੋਇਆ ਤਾਂ ਸਫਲਾ ਹੈ ਜੇ ਆਪ ਜੀ ਨੂੰ ਭਾ ਜਾਵੇ, ਚੰਗਾ ਲੱਗੇ। ਤੁਹਾਡੀ ਕਿਰਪਾ ਦੇ ਨਾਲ ਮੈਨੂੰ ਨਾਮ ਜਪਣਾ ਚੰਗਾ ਲੱਗਾ ਹੈ, ਪਰ ਮੇਰਾ ਚੰਗਾ ਲੱਗਾ ਹੋਇਆ ਸਫਲਾ ਤਾਂ ਹੋਣਾ ਹੈ ਜੇ ਆਪ ਜੀ ਨੂੰ ਮੈਂ ਭਾ ਜਾਵਾਂ, ਚੰਗਾ ਲੱਗਾ। ਇਹ ਮੇਰੇ 'ਤੇ ਕਿਰਪਾ ਕਰੋ। ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਦੀ ਸਿੱਖਿਆ ਰੂਪੀ ਜਿਹੜੀ ਪੌੜੀ ਹੈ, ਪੌੜੀ ਦੇ ਨਾਲ ਹੀ ਅਸੀਂ ਮੰਜ਼ਲ ਨੂੰ ਸਰ ਕਰਦੇ ਹਾਂ ਨਾ, ਤੈਅ ਕਰਦੇ ਹਾਂ। ਇਹ ਗੁਰੂ ਦੀ ਸਿੱਖਿਆ ਵੀ ਪੌੜੀ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿੱਤ ਲਾਏ। ਮਹਾਰਾਜ ਸਾਹਿਬ ਜੀਆਂ ਦੇ ਇਹ ਮਹਾਨ ਬਚਨ ਹਨ। ਕਹਿਣ ਲੱਗੇ, ਗੁਰ ਕੀ ਸਾਖੀ, ਗੁਰ ਕੀ ਪੌੜੀ ਸਾਚ ਕੀ। ਸੱਚ ਉਪਦੇਸ਼ ਰੂਪੀ ਜਿਹੜੀ ਗੁਰਾਂ ਦੀ ਨਾਮ ਰੂਪੀ ਪੌੜੀ ਹੈ। ਸੁਖ ਸਹਿਜ ਆਵੇ ਸਾਚ ਭਾਵੇ। ਸਾਚਾ ਸੁਖ ਹੋਈ, ਉਹਦੇ ਨਾਲ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਗੁਰੂ ਦੀ ਸਿੱਖਿਆ ਦੇ ਉੱਪਰ ਚੱਲਦਾ ਹੈ, ਸੱਚ ਨਾਮ ਦੀ ਕਮਾਈ ਕਰਦਾ ਹੈ, ਉਸ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸੁਖ ਸਹਿਜ ਆਵੇ ਸਾਚ ਭਾਵੇ, ਸਾਚ ਕੀ ਮਤ ਕਿਉਂ ਟਲੈ। ਸਤਿਗੁਰੂ ਕਹਿਣ ਲੱਗੇ, ਜਿਨ੍ਹਾਂ ਨੂੰ ਸੱਚ ਨਾਮ ਭਾਵੈ, ਚੰਗਾ ਲੱਗਾ ਹੈ, ਤੇ ਉਹਨਾਂ ਗੁਰਮੁਖਾਂ ਦੇ ਉੱਪਰ ਕਿਰਪਾ ਇਹ ਹੋਈ ਹੈ, ਸੁਖ ਸਹਿਜ ਆਵੇ, ਅਚੁੱਤ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਾਨੂੰ ਕੋਈ ਪਦਾਰਥ ਆ ਜਾਵੇ, ਮਿਲ ਜਾਵੇ ਤੇ ਸੁਖ ਮਿਲਦਾ ਨਾ, ਪਰ ਸਾਡਾ ਸੁਖ ਥੋੜ੍ਹੇ ਸਮੇਂ ਵਾਸਤੇ ਹੈ। ਸਾਨੂੰ ਸੁਖ ਕੁਝ ਦਿਨਾਂ ਵਾਸਤੇ ਮਿਲਿਆ ਕਿਸੇ ਪਦਾਰਥ ਤੋਂ, ਕਿਸੇ ਵਸਤੂ ਤੋਂ। ਪਰ ਜਿਨ੍ਹਾਂ ਨੂੰ ਨਾਮ ਭਾਇਆ ਹੈ, ਜਿਨ੍ਹਾਂ ਨੂੰ ਨਾਮ ਜਪਣਾ ਚੰਗਾ ਲੱਗਾ ਹੈ, ਉਹਨਾਂ ਨੂੰ ਅਚੁੱਤ ਸੁਖ ਮਿਲਿਆ ਹੈ। ਅਚੁੱਤ ਸੁਖ ਕਹਿੰਦੇ ਨੇ ਜਿਹੜਾ ਖਤਮ ਨਾ ਹੋਵੇ, ਮੁੱਕੇ ਨਾ, ਸਦਾ ਵਾਸਤੇ ਬਣਿਆ ਹੀ ਰਵੇ। ਐਸਾ ਰਸ, ਐਸਾ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ। ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖਾਂ ਨੇ, ਭਾਈ ਮਨੀ ਸਿੰਘ ਵਰਗੇ ਮਹਾਂਪੁਰਖਾਂ ਨੇ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲੋਂ ਗੁਰਬਾਣੀ ਦੇ ਅਰਥ ਸਰਵਣ ਕੀਤੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੱਗੇ ਸੇਵਾਵਾਂ ਲਾਈਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਗੇ ਲਿਖਣੇ ਨੇ, ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਉਸ ਵੇਲੇ ਬੇਨਤੀ ਹੋਈ, ਮਹਾਰਾਜ ਸਾਹਿਬ ਜੀ, ਜਿਹੜਾ ਹੁਣ ਆਨੰਦ ਬਣਿਆ ਹੋਇਆ ਹੈ, ਸੁਖ ਬਣਿਆ ਹੋਇਆ, ਸਮਾਂ ਪੈਣ 'ਤੇ ਕਿਤੇ ਆਨੰਦ ਘਟ ਨਾ ਜਾਵੇ, ਕਿਤੇ ਸੰਸਾਰ ਵੱਲ ਬਿਰਤੀ ਨਾ ਹੋ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਬਾਬਾ ਦੀਪ ਸਿੰਘ ਜੀ, ਭਾਵੇਂ ਸੀਸ ਵੀ ਧੜ ਦੇ ਨਾਲੋਂ ਜੁਦਾ ਹੋ ਜਾਵੇ, ਪਰ ਇਸ ਆਨੰਦ ਵਿੱਚ ਕਮੀ ਨਹੀਂ ਆਵੇਗੀ। ਭਾਈ ਮਨੀ ਸਿੰਘ ਜੀ, ਭਾਵੇਂ ਸਰੀਰ ਦੇ ਬੰਦ-ਬੰਦ ਜੁਦਾ ਹੋ ਜਾਣ, ਪਰ ਇਸ ਆਨੰਦ ਵਿੱਚ ਕਮੀ ਨਹੀਂ ਆਵੇਗੀ। ਐਸਾ ਆਨੰਦ ਬਣਿਆ ਰਹੇਗਾ। ਇਹਨੂੰ ਕਹਿੰਦੇ ਨੇ ਅਚੁੱਤ ਸੁਖ, ਨਾ ਮੁੱਕਣ ਵਾਲਾ, ਅਖੀਰ ਤੱਕ ਆਨੰਦ ਬਣਿਆ ਹੀ ਰਹਿਣਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਚ ਕੀ ਮਤ ਕਿਉਂ ਟਲੈ। ਜੋ ਗੁਰਾਂ ਦੇ ਸੱਚੇ ਉਪਦੇਸ਼ ਦੀ ਮਤ ਹੈ, ਉਹ ਕਿਵੇਂ ਟਲੇ, ਕਿਵੇਂ ਦੂਰ ਹੋਵੇ, ਦੂਰ ਨਹੀਂ ਹੁੰਦੀ ਹੈ। ਜਿਨ੍ਹਾਂ ਦੇ ਉੱਪਰ ਗੁਰੂ ਕਿਰਪਾ ਕਰਕੇ ਸੱਚ ਨਾਮ ਦੀ ਮਤ ਸਿੱਖਿਆ ਮਹਾਰਾਜ ਦਿੰਦੇ, ਉਪਦੇਸ਼ ਦਿੰਦੇ, ਉਹ ਗੁਰੂ ਦਾ ਉਪਦੇਸ਼ ਫਿਰ ਫਲ ਦਿੱਤੇ ਬਿਨਾਂ ਟਲਦਾ ਨਹੀਂ ਹੈ। ਐਸੀਆਂ ਦਾਤਾਂ ਮਿਲਦੀਆਂ ਹਨ। ਇਸਨਾਨ ਦਾਨ ਸੋ ਗਿਆਨ ਵਜਨ, ਆਪ ਛਲਿਓ ਕਿਉਂ ਛਲੈ। ਉਹ ਪਰਮਾਤਮਾ ਆਪ ਅਛਲ ਹੈ, ਉਹਨੂੰ ਛਲਿਆ ਨਹੀਂ ਜਾ ਸਕਦਾ। ਦੁਨੀਆ ਦੇ ਵਿੱਚ ਅਸੀਂ ਆਪਣਾ ਰੂਪ ਬਦਲ ਕੇ, ਸਰੂਪ ਬਦਲ ਕੇ, ਗੱਲਾਂ ਬਾਤਾਂ ਨਾਲ ਬੰਦਿਆਂ ਨੂੰ ਠੱਗ ਸਕਦੇ ਹਾਂ, ਪਰ ਪਰਮਾਤਮਾ ਨੂੰ ਠੱਗਿਆ ਨਹੀਂ ਜਾਂਦਾ। ਭਾਵੇਂ ਅਸੀਂ ਆਪਣੇ ਕੱਪੜੇ ਬਦਲ ਲਈਏ, ਭਾਵੇਂ ਆਪਣੇ ਅਸੀਂ ਕੰਮ ਬਦਲ ਲਈਏ,
ਵਿਖਾਵਾ ਜਿੰਨਾ ਮਰਜ਼ੀ ਬਦਲ ਲਈਏ ਰੱਬ ਨੂੰ ਛਲਿਆ ਨਹੀਂ ਜਾਂਦਾ ਹੈ। ਰੱਬ ਨੂੰ ਛਲਣ ਵਾਸਤੇ ਕੀ ਕਰਨਾ ਪੈਂਦਾ ਹੈ? ਇਸ਼ਨਾਨ ਮੱਜਨ, ਪੁਰਬਾਂ 'ਤੇ ਜਾ ਕੇ ਇਸ਼ਨਾਨ ਕਰਨਾ, ਨੱਕ ਫੜ ਫੜ ਕੇ ਟੁਬਕੀਆਂ ਲਾਉਣੀਆਂ ਗੰਗਾ ਗੋਦਾਵਰੀ ਦੇ ਵਿੱਚ, ਕਿ ਰੱਬ ਨੂੰ ਇਹ ਲੱਗੇ ਵੀ ਇਹ ਤੇ ਬੰਦਾ ਬੜਾ ਸ਼ਰਧਾਲੂ ਹੈ, ਵੇਖੋ ਕਿਸ ਤਰ੍ਹਾਂ ਇਸ਼ਨਾਨ ਕਰਦਾ ਪਿਆ ਹੈ। ਕਹਿਣ ਲੱਗੇ ਪੁਰਬਾਂ 'ਤੇ ਜਾ ਕੇ, ਜਿਸ ਤਰ੍ਹਾਂ ਮੰਨ ਲਓ ਕਿ ਪੁੰਨਿਆ ਹੈ, ਮੱਸਿਆ ਹੈ, ਕੁੰਭ ਦਾ ਮੇਲਾ ਹੈ, ਜਾਂ ਕੋਈ ਗ੍ਰਹਿਣ ਲੱਗਾ ਹੈ, ਉਦੋਂ ਜਾ ਕੇ ਇਸ਼ਨਾਨ ਕਰਨਾ, ਉਹਨੂੰ ਪੁਰਬ ਇਸ਼ਨਾਨ ਕਿਹਾ ਜਾਂਦਾ ਹੈ। ਪੁਰਬਾਂ 'ਤੇ ਜਾ ਕੇ ਇਸ਼ਨਾਨ ਕਰਕੇ ਰੱਬ ਨੂੰ ਛਲ ਨਹੀਂ ਪਾਏਗਾ। ਇੱਥੇ ਹੀ ਬਸ ਨਹੀਂ, ਦੂਜਾ ਬਚਨ ਮਹਾਰਾਜ ਜੀਆਂ ਨੇ ਕੀਤਾ ਦਾਨ। ਲੋਕਾਂ ਦੇ ਵਿੱਚ ਦਾਨ ਕਰੇਗਾ, ਲੋਕ ਕਹਿਣਗੇ ਜੈ ਜੈਕਾਰ, ਬੜਾ ਚੰਗਾ ਬੜਾ ਚੰਗਾ, ਲੋਕ ਕਹਿਣਗੇ। ਪਰ ਜੇ ਤੂੰ ਇਹ ਸੋਚੇ ਨਾ ਵੀ ਰੱਬ ਨੂੰ ਛਲ ਲਵਾਂਗਾ, ਰੱਬ ਨੂੰ ਦਾਨ ਕਰਕੇ ਵੀ ਨਹੀਂ ਛਲਿਆ ਜਾਣਾ ਹੈ। ਉਹਨੂੰ ਪਤਾ ਹੈ ਵੀ ਇਹ ਤੂੰ ਮਾਇਆ ਕਿੱਥੋਂ ਲੈ ਕੇ ਆਇਆ ਹੈ ਅਤੇ ਕਿਉਂ ਦਿੰਦਾ ਪਿਆ ਹੈ। ਦੁਨੀਆ ਨੇ ਕਹਿਣਾ ਵੀ ਇਹ ਬੰਦਾ ਬੜਾ ਦਾਨੀ ਹੈ, ਬੜਾ ਚੰਗਾ ਹੈ, ਪਰ ਰੱਬ ਨੂੰ ਦਾਨ ਨਾਲ ਵੀ ਛਲਿਆ ਨਹੀਂ ਜਾਂਦਾ। ਅਤੇ ਤੀਜਾ ਬਚਨ ਮਹਾਰਾਜ ਨੇ ਕੀਤਾ ਸੋ ਗਿਆਨ। ਸੋ ਗਿਆਨ ਤੋਂ ਭਾਵ ਹੁੰਦਾ ਚੰਗਾ ਸ੍ਰੇਸ਼ਟ ਗਿਆਨ। ਜਿਵੇਂ ਮੰਨ ਲਓ ਕਿ ਧਾਰਮਿਕ ਕਿਤਾਬਾਂ ਪੜ੍ਹਨੀਆਂ, ਧਾਰਮਿਕ ਗ੍ਰੰਥ ਪੜ੍ਹਨੇ, ਧਾਰਮਿਕ ਗ੍ਰੰਥ ਪੜ੍ਹ ਕੇ ਵੀ ਰੱਬ ਨੂੰ ਛਲਿਆ ਨਹੀਂ ਜਾ ਸਕਦਾ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਰਮਾਇਣ ਪੜ੍ਹੀ ਹੈ, ਮੈਂ ਮਹਾਭਾਰਤ ਪੜ੍ਹੀ ਹੈ, ਮੈਂ ਪੁਰਾਣ ਪੜ੍ਹਿਆ, ਮੈਂ ਕੁਰਾਨ ਪੜ੍ਹਿਆ ਹੈ, ਮੈਂ ਉਹ ਸਾਰੇ ਗ੍ਰੰਥ ਪੜ੍ਹ ਲੈਣੇ, ਨਾ ਤੂੰ ਆਵਹਿ ਵਸ ਵੇਦ ਪੜ੍ਹਾਵਨੈ। ਕੁਰਾਨ ਕੁਰਾਨ ਦੀ ਤੇ ਗੱਲ ਛੱਡੋ, ਜੇ ਵੇਦ ਵੀ ਪੜ੍ਹ ਲਵੇ ਨਾ, ਵੈਸੇ ਤਾਂ ਆਪਾਂ ਪੜ੍ਹ ਨਹੀਂ ਸਕਦੇ, ਆਪਾਂ ਨੂੰ ਹਿੰਦੂ ਧਰਮ ਦੇ ਮੁਤਾਬਕ ਆਗਿਆ ਨਹੀਂ ਹੈ ਵੇਦ ਪੜ੍ਹਨ ਦੀ। ਪਰ ਜੇ ਮੰਨ ਲਓ ਕੋਈ ਪੜ੍ਹ ਵੀ ਲਵੇ ਤੇ ਵੇਦ ਪੜ੍ਹਨ ਤੋਂ ਮਗਰੋਂ ਵੀ ਇਹ ਨਹੀਂ ਕੋਈ ਕਹਿ ਸਕਦਾ ਕਿ ਮੈਂ ਰੱਬ ਨੂੰ ਬਸ ਕਰ ਲਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨ ਪੜ੍ਹਿਆ ਪਰਮਗਤ ਪਾਵੈ। ਇੱਥੇ ਤੇ ਰੱਬ ਦਾ ਨਾਮ ਜਪਣ ਦੀ ਗੱਲ ਹੈ। ਨਾਮ ਜਪੇਗਾ, ਪੜ੍ਹਿਆ ਹੋਇਆ ਵੀ ਮੁਕਤ ਹੋ ਜਾਵੇਗਾ, ਨਾਮ ਜਪੇਗਾ ਅਨਪੜ੍ਹ ਵੀ ਮੁਕਤ ਹੋ ਜਾਏਗਾ। ਪਰ ਜੇ ਕਮਾਈ ਨਹੀਂ ਕੀਤੀ ਹੈ, ਇਕੱਲੇ ਗ੍ਰੰਥ ਹੀ ਪੜ੍ਹਦਾ ਰਹੇ, ਫਿਰ ਜਿੰਨੇ ਮਰਜ਼ੀ ਵੇਦ ਸ਼ਾਸਤਰ ਪੜ੍ਹ ਲੈ, ਚੰਗੇ ਗ੍ਰੰਥ ਪੜ੍ਹਿਆ ਵੀ ਅਛਲਿਓ ਕਿਉਂ ਛਲੈ। ਉਹ ਪਰਮਾਤਮਾ ਅਛਲ ਹੈ, ਛਲਣ ਵਿੱਚ ਨਹੀਂ ਆਉਂਦਾ, ਉਸ ਨੂੰ ਛਲਿਆ ਨਹੀਂ ਜਾਂਦਾ ਹੈ। ਪਰਪੰਚ ਮੋਹ ਵਿਕਾਰ ਥਾਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਓ, ਇਹ ਜਿਹੜਾ ਸੰਸਾਰ ਦਾ ਪਰਪੰਚ ਵਲ ਛਲ ਹੈ ਅਤੇ ਜਿਹੜੇ ਪਰਿਵਾਰ ਦੇ ਜੀਆਂ ਦਾ ਮੋਹ ਹੈ, ਇਹ ਜਿਹੜੇ ਵਿਸ਼ੇ ਵਿਕਾਰ ਹਨ, ਸਤਿਗੁਰੂ ਪਾਤਸ਼ਾਹ ਕਹਿ ਲਈ ਬੇਨਤੀ ਕਰੀਏ ਮਹਾਰਾਜ ਕਿਰਪਾ ਕਰੋ, ਇਹ ਸਾਰੇ ਥਾਕੇ ਕਹੀਏ ਦੂਰ ਹੋ ਜਾਣਾ ਕਰਨ। ਕੂੜ ਕਪਟ ਨਾ ਦੋਈ। ਅਤੇ ਕੂੜ ਤੇ ਕਪਟ ਇਹ ਜਿਹੜੇ ਦੋ ਹਨ, ਕੂੜ ਕਹੀਏ ਝੂਠ ਬੋਲਣਾ ਤੇ ਕਪਟ ਕਹੀਏ ਛਲ ਕਰਨਾ। ਇਹ ਜਿਹੜਾ ਕੂੜ ਤੇ ਕਪਟ, ਝੂਠ ਤੇ ਛਲ ਕਰਨਾ, ਧੋਖਾ ਕਰਨਾ ਹੈ, ਇਹ ਜਿੰਨੇ ਵੀ ਔਗਣ ਹਨ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੇ ਸਾਰੇ ਵਿਕਾਰ ਦੂਰ ਹੋ ਗਏ, ਪਰ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਪ੍ਰਪੰਚ ਸੰਸਾਰ ਦੇ ਵਲ ਛਲ ਵਿੱਚ ਲੱਗੇ ਹੋਏ, ਉਹ ਮੋਹ ਦੇ ਵਿੱਚ, ਸੰਬੰਧੀਆਂ ਦੇ ਤੇ ਪਦਾਰਥਾਂ ਦੇ ਮੋਹ ਵਿੱਚ ਲੱਗੇ ਹੋਏ, ਉਹ ਵਿਕਾਰਾਂ ਨੂੰ ਭੋਗਣ ਵਿੱਚ ਲੱਗੇ ਥੱਕ ਗਏ। ਥੱਕਈਏ ਮਰ ਕੇ ਚਲੇ ਗਏ, ਦੁਬਾਰਾ ਫਿਰ ਜਨਮ ਮਿਲਿਆ, ਫਿਰ ਸ਼ੁਰੂ ਹੋ ਗਏ। ਕੂੜ ਕਪਟ ਨਾ ਦੋਈ। ਇਹ ਜਿਹੜੇ ਕੂੜ ਝੂਠ ਅਤੇ ਕਪਟ ਛਲ, ਇਹ ਦੋਨਾਂ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ। ਗੁਰੂ ਕਿਹਾ ਸਿੱਖਾ ਇਹਨਾਂ ਵਿਕਾਰਾਂ ਨੂੰ ਛੱਡ ਦੇਣਾ ਕਰ। ਮੇਰਾ ਮਨ ਰਾਤਾ, ਮੇਰਾ ਇਹ ਮਨ ਰਾਤਾ ਕਹੀਏ ਪ੍ਰੇਮ ਦੇ ਵਿੱਚ ਲੱਗਾ ਹੋਇਆ, ਗੁਣ ਰਵੈ, ਪਰਮਾਤਮਾ ਦੇ ਗੁਣਾਂ ਨੂੰ ਰਵੇ ਕਹੀਏ ਉਚਾਰਦਾ ਹੈ, ਮਨ ਭਾਵੈ ਸੋਈ, ਮੈਨੂੰ ਪਰਮਾਤਮਾ ਦੀ ਵਡਿਆਈ ਚੰਗੀ ਲੱਗਦੀ ਹੈ। ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ। ਉਹ ਸਾਹਿਬ ਪਰਮਾਤਮਾ ਨੂੰ ਸਲਾਹੁਣਾ ਕਰੀਏ ਜਿਸ ਪਰਮਾਤਮਾ ਨੇ ਦੁਨੀਆ ਬਣਾਈ ਹੈ, ਕਾਰਨ ਨਾਮ ਸੰਸਾਰ ਦਾ ਹੈ। ਉਹ ਸਾਹਿਬ ਮਾਲਕ ਦੀ ਸਲਾਹੁਤ ਕਰੀਏ, ਸਿਫਤ ਕਰੀਏ ਜਿਸ ਪਰਮਾਤਮਾ ਨੇ ਦੁਨੀਆ ਬਣਾਈ ਹੈ। ਮੈਲ ਲਾਗੀ ਮਨ ਮੈਲਿਐ ਕਿਨੈ ਅੰਮ੍ਰਿਤ ਪੀਆ। ਮਨ ਮੈਲਿਆ, ਜਿਨ੍ਹਾਂ ਦੇ ਮਨ ਮੈਲੇ ਨੇ ਉਹਨਾਂ ਨੂੰ ਵਿਕਾਰਾਂ ਦੀ ਮੈਲ ਲੱਗੀ ਹੈ।
ਵਿਕਾਰਾਂ ਦੀ ਮੈਲ ਲੱਗਣ ਕਰਕੇ ਉਹਨਾਂ ਦੇ ਮਨ ਮੈਲੇ ਹੋ ਗਏ। ਪਰ ਕਿਨੇ ਅੰਮ੍ਰਿਤ ਪੀਆ, ਕਿਨੇ ਤੋਂ ਭਾਵ ਹੁੰਦਾ ਕੋਈ ਵਿਰਲਾ, ਕੋਈ ਦੁਨੀਆ ਵਿੱਚ ਉਹ ਵੀ ਵਿਰਲਾ ਸਾਧੂ ਹੈ ਜਿਹਨੇ ਨਾਮ ਅੰਮ੍ਰਿਤ ਨੂੰ ਪੀਤਾ ਹੈ। ਪਰ ਦੁਨੀਆ ਵਿੱਚ ਬਹੁਤੇ ਲੋਕ ਉਹ ਨੇ ਮਨ ਮੈਲੇ ਹੈ, ਜਿਨ੍ਹਾਂ ਦੇ ਮਨ ਮੈਲੇ ਹੋ ਗਏ। ਕਿਵੇਂ ਹੋ ਗਏ? ਕਿਉਂਕਿ ਉਹਨਾਂ ਦੇ ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਹੈ। ਬਹੁਤੇ ਮੈਲਿਆਂ ਮਲਾਂ ਵਾਲੇ ਨੇ, ਪਰ ਕੋਈ ਵਿਰਲਾ ਗੁਰਮੁਖ ਉਹਦੇ ਵਿੱਚ ਨਾਮ ਜਪਣ ਵਾਲਾ ਵੀ ਹੈ। ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ, ਗੁਰ ਪੈ ਮੋਲ ਕਰਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਇਹ ਮਨ ਆਪਣਾ ਗੁਰੂ ਨੂੰ ਦੇ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਜਦੋਂ ਇਹ ਆਪਣਾ ਮਨ ਗੁਰੂ ਨੂੰ ਦਿੱਤਾ, ਭੇਟਾ ਕਰ ਦਿੱਤਾ, ਮਥ ਅੰਮ੍ਰਿਤ ਪੀਆ। ਮਥ ਤੋਂ ਭਾਵ ਹੁੰਦਾ ਵਿਚਾਰ ਕਰਨੇ। ਜਦੋਂ ਗੁਰੂ ਸ਼ਬਦ ਦੀ ਵਿਚਾਰ ਕੀਤੀ ਤੇ ਫਿਰ ਨਾਮ ਅੰਮ੍ਰਿਤ ਨੂੰ ਪੀਤਾ ਹੈ। ਤੇ ਮਹਾਰਾਜ ਕਹਿਣ ਲੱਗੇ, ਫਿਰ ਉਸ ਵੇਲੇ ਗੁਰ ਪਹਿ ਮੋਲ ਕਰਾਇਆ। ਗੁਰੂ ਦੇ ਕੋਲੋਂ ਇਹ ਜਿਹੜਾ ਮਨ ਨਾਮ ਜਪਣ ਨੂੰ ਲੱਗਾ ਹੋਇਆ ਹੈ, ਇਹ ਫਿਰ ਗੁਰੂ ਕੋਲੋਂ ਮੁੱਲ ਕਰਵਾਇਆ ਕਿ ਗੁਰੂ ਨੂੰ ਆਪਣਾ ਮਨ ਦੇ ਕੇ ਤੇ ਨਾਮ ਜਿਹੜਾ ਹੈ ਉਹ ਗੁਰੂ ਕੋਲੋਂ ਪ੍ਰਾਪਤ ਕੀਤਾ ਹੈ। ਆਪਣਾ ਪ੍ਰਭ ਸਹਿਜ ਪਛਾਤਾ, ਜਾਂ ਮਨ ਸਾਚੇ ਲਾਇਆ। ਜਿਸ ਵੇਲੇ ਇਹ ਮਨ ਸੱਚੇ ਨਾਮ ਨੂੰ ਜਪਣ ਵਾਲੇ ਪਾਸੇ ਲਾਇਆ, ਉਹ ਜਿਹੜਾ ਆਪਣਾ ਪ੍ਰਭੂ ਹੈ ਉਹਨੂੰ ਸਹਿਜੇ ਹੀ ਪਛਾਤਾ ਕਹੀਏ, ਜਾਣ ਲਿਆ। ਪਰ ਜਾਣਿਆ ਉਦੋਂ ਹੈ ਜਦੋਂ ਉਸ ਪਰਮਾਤਮਾ ਦੇ ਨਾਮ ਨੂੰ ਜਪਣ ਵਿੱਚ ਲੱਗੇ ਹਾਂ। ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ, ਜੇ ਉਸ ਪਰਮਾਤਮਾ ਨੂੰ ਭਾ ਜਾਵਾਂ, ਚੰਗਾ ਲੱਗਾ, ਤਾਂ ਉਹਦੇ ਗੁਣਾਂ ਨੂੰ ਗਾਵਾਂ। ਜਦੋਂ ਮੈਂ ਉਹਦੇ ਗੁਣ ਗਾਏ, ਉਹਦੇ ਗੁਣ ਮੈਨੂੰ ਭਾ ਗਏ, ਬੜੇ ਚੰਗੇ ਲੱਗਦੇ ਹਨ। ਜੋ ਮਿਲੈ ਹੋਏ ਪਰਾਇਆ। ਉਹ ਪਰਮਾਤਮਾ ਕਿਵੇਂ ਮਿਲੇ, ਕਿਵੇਂ ਮਿਲ ਸਕਦਾ ਹੈ? ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਫਿਰ ਇਸ ਤਰ੍ਹਾਂ ਬੇਨਤੀ ਕਰ, ਮਹਾਰਾਜ ਮੈਂ ਤੇਰੇ ਗੁਣ ਗਾਉਂਦਾ ਹਾਂ, ਤੇਰੇ ਗੁਣ ਮੈਨੂੰ ਚੰਗੇ ਲੱਗਦੇ ਨੇ, ਤੂੰ ਮੈਨੂੰ ਕਿਵੇਂ ਮਿਲੇਗਾ? ਹੋਏ ਪਰਾਇਆ। ਇਹ ਦੁਨੀਆ ਮੇਰੀ ਨਹੀਂ ਹੈ, ਇਹ ਪਦਾਰਥ ਮੇਰੇ ਨਹੀਂ, ਇਹ ਮੇਰਾ ਨਹੀਂ, ਇਹ ਪਰਾਇਆ ਹੈ। ਪਰਾਇਆ ਕਿਹਦਾ ਹੈ? ਇਹ ਤੁਹਾਡਾ ਹੈ। ਇਹ ਦੁਨੀਆ ਤੁਸੀਂ ਬਣਾਈ ਹੈ, ਇਹ ਸੰਸਾਰ ਤੁਸੀਂ ਬਣਾਇਆ ਹੈ, ਇਹ ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ। ਸਾਹਿਬ ਸੋ ਸਲਾਹੀਏ ਜਿਨ ਜਗਤ ਪਾਇਆ। ਜਿਸ ਪ੍ਰਮਾਤਮਾ ਨੇ ਜਗਤ ਦੁਨੀਆ ਪੈਦਾ ਕੀਤੀ ਹੈ, ਸੰਸਾਰ ਬਣਾਇਆ, ਉਹਦੀ ਭਾਈ ਹਰ ਵੇਲੇ ਸਲਾਹੁਤ ਕਰੀਏ, ਸਿਫਤ ਕਰਨਾ ਕਰੀਏ। ਆਏ ਗਿਆ ਕਿ ਨਾ ਆਇਓ, ਕਿਉਂ ਆਵੈ ਜਾਤਾ। ਸਤਿਗੁਰੂ ਕਹਿਣ ਲੱਗੇ, ਆਏ ਗਿਆ। ਜਦੋਂ ਪਰਮਾਤਮਾ ਆ ਕੇ ਪ੍ਰਾਪਤ ਹੋ ਗਿਆ ਨਾ, ਤੇ ਕੀ ਨਾ ਆਇਓ, ਫਿਰ ਕਿਹੜਾ ਪਦਾਰਥ ਹੈ ਜਿਹੜਾ ਪਰਮਾਤਮਾ ਦੇ ਮਗਰ ਨਹੀਂ ਆਵੇਗਾ ਸਾਡੇ ਕੋਲ? ਹੁਣ ਅਸੀਂ ਤੇ ਪਦਾਰਥਾਂ ਦੇ ਮਗਰ ਭੱਜਦੇ ਹਾਂ, ਪਰ ਪਦਾਰਥ ਹੱਥ ਵਿੱਚ ਨਹੀਂ ਆਉਂਦਾ। ਪਰ ਜਿਸ ਵੇਲੇ ਅਸੀਂ ਪਰਮਾਤਮਾ ਦੇ ਮਗਰ ਭੱਜਾਂਗੇ ਨਾ, ਤੇ ਪਰਮਾਤਮਾ ਆਏ ਗਇਓ ਸਾਨੂੰ ਆ ਕੇ ਪ੍ਰਾਪਤ ਹੋ ਗਿਆ, ਇਹ ਪਦਾਰਥ ਵੀ ਮਗਰ ਆਪੇ ਹੀ ਭੱਜੇ ਆਉਣਗੇ। ਕੋਈ ਇਹੋ ਜਿਹਾ ਪਦਾਰਥ ਹੋਵੇਗਾ ਹੀ ਨਹੀਂ ਜਿਹੜਾ ਨਹੀਂ ਮਿਲੇਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਿਉਂ ਆਵੈ ਜਾਤਾ। ਇਹ ਜਿਹੜੇ ਪਦਾਰਥ, ਜਾਂ ਕਹਿ ਲਈਏ ਪਰਮਾਤਮਾ ਇੱਕ ਵਾਰੀ ਆ ਕੇ ਮਿਲ ਗਿਆ ਨਾ, ਤੇ ਫਿਰ ਜਾਤਾ ਕਹੀਏ, ਜਾਂਦਾ ਨਹੀਂ ਹੈ। ਰੱਬ ਨੂੰ ਵਾਰ-ਵਾਰ ਨਹੀਂ ਪਾਉਣਾ ਹੈ, ਰੱਬ ਨੂੰ ਇੱਕੋ ਵਾਰ ਹੀ ਪਾਉਣਾ ਹੈ। ਇੱਕ ਵਾਰ ਹੀ ਪਾ ਲਿਆ, ਫਿਰ ਉਹ ਛੱਡ ਕੇ ਨਹੀਂ ਜਾਂਦਾ ਹੈ, ਦੁਬਾਰਾ ਬਖਸ਼ਿਸ਼ ਕਰਦੇ ਹਨ। ਆਏ ਗਿਆ ਕਿ ਨਾ ਆਇਓ, ਕਿਉਂ ਆਵੇ ਜਾਤਾ। ਮਹਾਰਾਜ ਕਹਿਣ ਲੱਗੇ, ਜਿਸ ਵੇਲੇ ਇਹ ਜੀਵ ਸਤ ਸੰਗਤ ਵਿੱਚ ਆਏ ਗਇਓ, ਆ ਕੇ ਪ੍ਰਾਪਤ ਹੋਇਆ, ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਆ ਕੇ ਪ੍ਰਾਪਤ ਹੋ ਗਏ, ਕੀ ਨਾ ਆਇਓ, ਫਿਰ ਕਿਹੜਾ ਪਦਾਰਥ ਹੈ ਜਿਹੜਾ ਸੰਗਤ ਵਿੱਚੋਂ ਨਹੀਂ ਮਿਲੇਗਾ? ਸੰਗਤ ਵਿੱਚੋਂ ਸਾਰੇ ਪਦਾਰਥ ਹੀ ਮਿਲ ਜਾਂਦੇ, ਕੋਈ ਇਹੋ ਜਿਹਾ ਹੈ ਨਹੀਂ ਜਿਹੜਾ ਨਾ ਮਿਲੇ। ਤੇ ਮਹਾਰਾਜ ਕਹਿਣ ਲੱਗੇ, ਕਿਉਂ ਆਵੈ ਜਾਤਾ। ਫਿਰ ਇਹ ਜੀਵ ਜੰਮ ਕੇ ਨਹੀਂ ਆਉਂਦਾ ਤੇ ਮਰ ਕੇ ਨਹੀਂ ਜਾਂਦਾ ਹੈ। ਇਹ ਦੂਜਾ ਅਰਥ ਕੀਤਾ ਵਿਦਵਾਨਾਂ ਨੇ। ਪਹਿਲਾ ਅਰਥ ਇਹ ਹੈ, ਜਿਨ੍ਹਾਂ ਨੂੰ ਪਰਮਾਤਮਾ ਮਿਲ ਗਿਆ ਆ ਕੇ, ਉਹ ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਫਿਰ ਛੱਡ ਕੇ ਕਿਤੇ ਜਾਂਦਾ ਨਹੀਂ ਹੈ, ਕਿਉਂਕਿ ਉਹ ਪਰਮਾਤਮਾ ਜਿਹਨੂੰ ਮਿਲ ਜਾਂਦਾ ਉਹਨੂੰ ਛੱਡਦਾ ਨਹੀਂ ਕਦੇ ਵਾਸਤੇ, ਫਿਰ ਉਹਦੇ ਨਾਲ ਮਿਲਿਆ ਹੀ ਰਹਿੰਦਾ ਹੈ। ਪਰਮਾਤਮਾ ਦੇ ਮਿਲਣ ਨਾਲ ਪਦਾਰਥ ਸਾਰੇ ਮਿਲ ਜਾਂਦੇ। ਦੂਜਾ ਅਰਥ ਇਹ ਹੈ, ਜਿਹੜਾ ਜੀਵ ਆ ਕੇ ਸਤ ਸੰਗਤ ਵਿੱਚ ਆ ਕੇ ਮਿਲਿਆ, ਆ ਕੇ ਨਾਮ ਜਪਿਆ ਹੈ, ਉਹਨੂੰ ਸਾਰੇ ਪਦਾਰਥ ਮਿਲਦੇ ਸੰਗਤ ਵਿੱਚੋਂ,
ਨਾ ਆਵੇ ਜਾਤਾ, ਫਿਰ ਉਹ ਜੰਮਣ ਮਰਨ ਵਿੱਚ ਨਹੀਂ ਆਉਂਦਾ, ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ। ਪ੍ਰੀਤਮ ਸਿਉ ਮਨ ਮਾਨਿਆ, ਜਿਨ੍ਹਾਂ ਦਾ ਉਸ ਪਿਆਰੇ ਪ੍ਰੀਤਮ ਦੇ ਨਾਲ ਮਨ ਮੰਨਿਆ ਹੈ, ਸੇਤੀ ਰਾਤਾ, ਉਹ ਹਰੀ ਪ੍ਰਮਾਤਮਾ ਦੇ ਰਾਮ ਰੰਗ ਦੇ ਵਿੱਚ ਹੀ ਰੰਗੇ ਗਏ, ਨਾਮ ਦਾ ਰੰਗ ਉਹਨਾਂ ਨੂੰ ਚੜਿਆ ਹੈ। ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਹੜਾ ਸਾਹਿਬ ਦੇ ਰੰਗ ਵਿੱਚ ਰੰਗਿਆ ਹੈ, ਉਹ ਸੱਚ ਦੀਆਂ ਬਾਤਾਂ ਪਾਉਂਦਾ, ਸੱਚ ਦੀਆਂ ਗੱਲਾਂ ਕਰਦਾ ਹੈ। ਬਿੰਬ ਕਾ ਕੋਟ ਉਸਾਰਿਆ, ਭਾਈ ਉਸ ਪ੍ਰਮਾਤਮਾ ਨੇ ਨਾ ਰਕਤ ਤੇ ਬਿੰਦ ਤੋਂ ਇਹ ਤੇਰਾ ਕੋਟ ਕਹੀਏ, ਕਿਲਾ ਕਹਿੰਦੇ ਸਰੀਰ। ਜਿਵੇਂ ਆਪਾਂ ਕਿਲਾ ਬਣਾਉਣਾ ਹੋਵੇ, ਆਪਾਂ ਨੂੰ ਮਿੱਟੀ ਦੀ ਲੋੜ ਪਵੇਗੀ, ਇੱਟਾਂ ਗਾਰੇ ਚੂਨਾ ਸਾਰਾ ਕੁਝ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਤੇਰਾ ਸਰੀਰ ਹੈ ਨਾ, ਇਹ ਵੀ ਇੱਕ ਕਿਲਾ ਹੈ। ਇਸ ਕਿਲੇ ਨੂੰ ਰੱਬ ਨੇ ਰਕਤ ਤੇ ਬਿੰਦ ਤੋਂ ਬਣਾਇਆ ਹੈ। ਕਹਿਣ ਲੱਗੇ ਜਿਸ ਪ੍ਰਮਾਤਮਾ ਨੇ ਇਹ ਬਿੰਦ ਕਹੀਏ ਪਾਣੀ ਤੋਂ, ਰਕਤ ਕਹੀਏ ਖੂਨ ਤੋਂ, ਇਹ ਤੇਰਾ ਸਰੀਰ ਬਣਾਇਆ। ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ, ਮਹਾਰਾਜ ਦਾ ਬਚਨ ਹੈ। ਸੋ ਉਸ ਪ੍ਰਮਾਤਮਾ ਨੇ ਪਾਣੀ ਖੂਨ ਤੋਂ ਇਹ ਸਰੀਰ ਕਿਲੇ ਨੂੰ ਬਣਾਉਣਾ ਕੀਤਾ ਹੈ। ਪੰਚਪੂ ਨਾਇਕੋ ਆਪ ਸਿਰੰਦਾ, ਉਹ ਪ੍ਰਮਾਤਮਾ ਜਿਹੜਾ ਹੈ, ਜਿਹੜੇ ਪੰਜ ਭੂਤ ਕਹੀਏ ਤੱਤ ਹਨ, ਪਾਣੀ, ਅੱਗ, ਹਵਾ, ਧਰਤੀ ਤੇ ਆਕਾਸ਼, ਇਹਨਾਂ ਪੰਜਾਂ ਤੱਤਾਂ ਦਾ ਨਾਇਕੋ ਕਹੀਏ ਮਾਲਕ ਵੀ ਆਪ ਹੀ ਹੈ। ਆਪ ਸਰੰਦਾ, ਆਪ ਹੀ ਉਹ ਬਣਾਉਣ ਵਾਲਾ ਹੈ। ਸੱਚ ਕਾ ਪਿੰਡ ਸਵਾਰਿਆ, ਜਿਸ ਪ੍ਰਮਾਤਮਾ ਨੇ ਨਾਮ ਜਪਣ ਵਾਸਤੇ ਸਰੀਰ ਰੂਪੀ ਪਿੰਡ ਨੂੰ ਸਵਾਰਿਆ ਕਹੀਏ ਬਣਾਇਆ ਹੈ। ਅਵਗਣਿਆਰੇ ਤੂੰ ਸੁਣ ਪਿਆਰੇ, ਐ ਪਿਆਰੇ ਪ੍ਰਮਾਤਮਾ, ਮੈਂ ਔਗੁਣਾਂ ਦਾ ਭਰਿਆ ਹੋਇਆ, ਮੇਰੇ ਵਿੱਚ ਗੁਨਾਹ ਹੀ ਗੁਨਾਹ ਭਰੇ ਹੋਏ ਹਨ। ਭਾਵੈ ਸੱਚ ਸੋਈ, ਮੇਰੀ ਬੇਨਤੀ ਸੁਣ, ਜੋ ਆਪ ਜੀ ਨੂੰ ਭਾਉਂਦਾ ਹੈ ਉਹੀ ਸੱਚ ਹੈ। ਜਾਂ ਕਹਿ ਲਈਏ ਜਿਹਨੇ ਸੱਚੇ ਨਾਮ ਨੂੰ ਜਪਿਆ ਉਹੀ ਆਪ ਜੀ ਨੂੰ ਭਾਉਂਦਾ ਹੈ। ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ, ਜਿਨ੍ਹਾਂ ਨੇ ਗੁਰੂ ਦੀ ਸੱਚੀ ਮਤ ਕਹੀਏ ਸਿੱਖਿਆ ਲਈ ਹੈ, ਉਹਨਾਂ ਦਾ ਸੰਸਾਰ ਵਿੱਚ ਜੰਮ ਕੇ ਆਉਣਾ, ਮਰ ਕੇ ਜਾਣਾ ਨਹੀਂ ਹੁੰਦਾ ਹੈ। ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ, ਮਹਾਰਾਜ ਕਹਿਣ ਲੱਗੇ ਇਹਨਾਂ ਬੁੱਧੀ ਰੂਪੀ ਨੇਤਰਾਂ ਦੇ ਵਿੱਚ ਗਿਆਨ ਰੂਪੀ ਜਿਹੜਾ ਅੰਜਨ ਸੁਰਮਾ ਹੈ, ਉਹ ਇਸ ਤਰ੍ਹਾਂ ਦਾ ਗਿਆਨ ਪਾਉਣਾ ਕਰੀਏ ਜਿਹੜਾ ਪਰਮਾਤਮਾ ਨੂੰ ਭਾ ਜਾਵੇ। ਗਿਆਨ ਤੇ ਦੁਨੀਆ ਦੇ ਲੋਕ ਬੜਾ ਇਕੱਠਾ ਕਰੀ ਫਿਰਦੇ, ਪਰ ਉਹ ਦੁਨਿਆਵੀ ਗਿਆਨ ਪਰਮਾਤਮਾ ਨੂੰ ਭਾਉਂਦਾ ਚੰਗਾ ਨਹੀਂ ਲੱਗਾ, ਤਾਂ ਕਰਕੇ ਦੁਨੀਆ ਰੱਬ ਨੂੰ ਪਹੁੰਚ ਨਹੀਂ ਸਕੀ ਹੈ। ਮਹਾਰਾਜ ਕਹਿਣ ਲੱਗੇ ਗੁਰੂ ਦੀ ਮੱਤ ਜਿਹੜੀ ਲੈਣੀ ਹੈ ਨਾ, ਸਿੱਖਿਆ ਲੈਣੀ, ਇਹ ਗੁਰੂ ਦੀ ਸਿੱਖਿਆ ਲੈਣ ਰੂਪੀ ਸੁਰਮਾ ਪਾਈਏ ਆਪਣੇ ਬੁੱਧੀ ਰੂਪੀ ਅੱਖਾਂ ਦੇ ਵਿੱਚ, ਤਾਂ ਕਿ ਉਹ ਪਰਮਾਤਮਾ ਹੈ ਉਹ ਸਾਨੂੰ ਭਾ ਜਾਵੇ, ਜਾਂ ਸਾਡੇ ਚੰਗੇ ਕਰਮ ਵੇਖ ਕੇ ਅਸੀਂ ਪਰਮਾਤਮਾ ਨੂੰ ਭਾ ਜਾਣਾ, ਚੰਗਾ ਲੱਗਣਾ ਕਰੀਏ। ਸਮਝੈ ਬੁਝ ਸੂਝੈ ਜਾਣੀਏ ਜੇ ਆਪ ਜਣਾਵਾ, ਜੇ ਉਹ ਪਰਮਾਤਮਾ ਕਿਰਪਾ ਕਰਕੇ ਆਪ ਹੀ ਜਨਾਵੇ ਨਾ, ਮਤ ਦੇਵੇ, ਤਾਂ ਹੀ ਉਹਦੇ ਉਪਦੇਸ਼ ਨੂੰ ਸਮਝਿਆ ਜਾਂਦਾ ਹੈ, ਤਾਂ ਹੀ ਉਹਦੇ ਉਪਦੇਸ਼ ਦੀ ਸੋਝੀ ਆਉਂਦੀ, ਤਾਂ ਹੀ ਉਹਦੇ ਉਪਦੇਸ਼ ਤੇ ਚੱਲਿਆ ਜਾਂਦਾ ਹੈ। ਆਪ ਜਣਾਵੈ ਮਾਰਗ ਪਾਵੈ, ਉਹ ਆਪ ਹੀ ਜਨਾਉਂਦਾ ਹੈ ਸ਼ੁਭ ਰਸਤੇ ਨੂੰ, ਆਪ ਹੀ ਸ਼ੁਭ ਮਾਰਗ ਤੇ ਪਾਉਂਦਾ ਹੈ। ਆਪੇ ਮਨੁਆ ਲੇਵੈ, ਇਹ ਜਿਹੜਾ ਸਾਡਾ ਮਨ ਹਰ ਵੇਲੇ ਦੌੜਦਾ ਹੈ, ਜਦੋਂ ਉਹ ਪਰਮਾਤਮਾ ਚਾਹੇਗਾ ਨਾ ਵੀ ਇਹ ਸਿੱਖ ਦਾ ਮਨ ਮੇਰਾ ਹੋ ਜਾਵੇ, ਇਹ ਸਾਡਾ ਮਨ ਜਾਣਾ ਵੀ ਉਦੋਂ ਉਹਦੇ ਤਰਫ ਹੈ, ਉਦੋਂ ਹੀ ਉਹਦੀ ਪ੍ਰਾਪਤੀ ਵੱਲ ਨੂੰ ਦੌੜੇਗਾ। ਉਹ ਮਨ ਨੂੰ ਆਪ ਹੀ ਲੈਣ ਵਾਲਾ ਹੈ। ਕਰਮ ਸੋ ਕਰਮ ਕਰਾਏ ਆਪੇ, ਉਹ ਕਾਲ ਪੁਰਖ ਆਪ ਹੀ ਚੰਗੇ ਤੇ ਮਾੜੇ ਸਾਰੇ ਕਰਮ ਕਰਾਉਂਦਾ ਹੈ। ਕੀਮਤ ਕੌਣ ਭੇਵੈ, ਉਸ ਪ੍ਰਮਾਤਮਾ ਦੀ ਕੀਮਤ ਕੋਈ ਨਹੀਂ ਪਾ ਸਕਦਾ, ਅੰਤ ਕੋਈ ਨਹੀਂ ਪਾ ਸਕਦਾ। ਪੁੰਨੀ ਨੂੰ ਪੁੰਨ ਕਰਨ ਵਾਲੇ ਪਾਸੇ ਲਾਇਆ, ਪਾਪੀ ਨੂੰ ਪਾਪ ਕਰਨ ਵਾਲੇ ਪਾਸੇ ਲਾਇਆ। ਪਾਪ ਤੇ ਪੁੰਨ ਵਿੱਚ ਆਪ ਹੀ ਲਾਈ ਬੈਠਾ ਹੈ, ਚੰਗੇ ਮਾੜੇ ਕਰਮਾਂ ਵਿੱਚ ਉਹਨੇ ਆਪ ਲਾਇਆ ਹੈ। ਕੰਤ ਮੰਤ ਪਖੰਡ ਨਾ ਜਾਣਾ, ਬੇਨਤੀ ਕਰ ਮਹਾਰਾਜ, ਮੈਂ ਤੰਤਰ ਮੰਤਰ ਕਰਨਾ ਨਹੀਂ ਜਾਣਦਾ। ਦੁਨੀਆ ਦੇ ਲੋਕ ਕੋਈ ਮੰਤਰ ਪੜ੍ਹਦਾ ਹੈ, ਕੋਈ ਸਾਧੂ ਕੋਲ ਜਾਂਦਾ ਹੈ, ਕੋਈ ਕਿਸੇ ਕਾਲੇ ਇਲਮ ਵਾਲੇ ਕੋਲ ਜਾਂਦਾ। ਦੁਨੀਆ ਦੇ ਲੋਕ ਬੜੇ ਤੰਤਰ ਤੇ ਮੰਤਰ ਕਰਦੇ, ਪਰ ਮੈਨੂੰ ਤੰਤਰ ਮੰਤਰ ਕਰਨਾ ਨਹੀਂ ਆਉਂਦਾ ਹੈ। ਗੁਰਮੁਖੋ ਤੰਤਰ ਕਿਹਾ ਜਾਂਦਾ ਹੈ ਕੋਈ ਧਾਗਾ ਮੰਤਰ ਪੜ੍ਹ ਕੇ ਕਿਸੇ ਦੇ ਗਲ ਵਿੱਚ ਪਾ ਦੇਣਾ, ਉਹਨੂੰ ਕਹਿੰਦੇ ਤੰਤਰ ਕੀਤਾ ਹੈ। ਤੇ ਮੰਤਰ ਉਹਨੂੰ ਕਿਹਾ ਜਾਂਦਾ ਜਿਹੜਾ ਮੂੰਹ ਦੇ ਨਾਲ ਕੋਈ ਸ਼ਬਦ ਪੜ੍ਹਿਆ ਜਾਵੇ ਤੇ ਕਿਸੇ ਉੱਪਰ ਵਾਰ ਕੀਤਾ ਜਾਵੇ, ਉਹਨੂੰ ਮੰਤਰ ਕਿਹਾ ਜਾਂਦਾ ਹੈ। ਤੇ ਜੰਤਰ ਉਹਨੂੰ ਕਿਹਾ ਜਾਂਦਾ ਜਿਹੜਾ ਕਾਗਜ਼ ਦੇ ਉੱਪਰ ਲਿਖ ਕੇ ਚਲਾਇਆ ਜਾਵੇ।
ਇੱਥੇ ਮਹਾਰਾਜ ਕਹਿੰਦੇ ਤੰਤ ਮੰਤ ਪਾਖੰਡ ਨਾ ਜਾਣਾ। ਮਹਾਰਾਜ ਮੈਂ ਤੰਤਰ ਵੀ ਨਹੀਂ ਜਾਣਦਾ, ਮੈਂ ਮੰਤਰ ਵੀ ਨਹੀਂ ਜਾਣਦਾ, ਮੈਂ ਧਾਗਾ ਪਾਉਣਾ ਵੀ ਕਿਸੇ ਦੇ ਗਲ ਵਿੱਚ ਨਹੀਂ ਜਾਣਦਾ, ਮੈਂ ਮੂੰਹ ਨਾਲ ਮੰਤਰ ਪੜ੍ਹ ਕੇ ਵੀ ਕਿਸੇ ਦੇ ਛੱਡਣਾ ਨਹੀਂ ਜਾਣਦਾ। ਪਾਖੰਡ ਨਾ ਜਾਣਾ, ਨਾ ਹੀ ਮੈਨੂੰ ਪਖੰਡ ਕਰਨਾ ਆਉਂਦਾ ਹੈ। ਮੈਂ ਤੇ ਸਿੱਧਾ ਸਾਦਾ ਇੱਕ ਵਿਅਕਤੀ ਹਾਂ। ਰਾਮ ਹਿਰਦੈ ਮਨ ਮਾਨਿਆ, ਮੇਰਾ ਮਨ ਰਾਮ ਦੇ ਨਾਮ ਨੂੰ ਹਿਰਦੇ ਵਿੱਚ ਮੰਨ ਗਿਆ ਹੈ। ਇਹ ਜਿਹੜਾ ਮੇਰਾ ਹਿਰਦਾ ਹੈ ਇਹ ਆਪ ਜੀ ਦੇ ਨਾਮ ਨੂੰ ਮੰਨਦਾ ਹੈ। ਅੰਜਨ ਨਾਮ ਤਿਸ ਤੈ ਸੂਝੈ। ਮਹਾਰਾਜ ਕਹਿਣ ਲੱਗੀ ਗਿਆਨ ਰੂਪੀ ਸੁਰਮਾ ਉਸ ਪਰਮਾਤਮਾ ਦੇ ਕੋਲੋਂ ਗੁਰੂ ਦੁਆਰਾ ਪ੍ਰਾਪਤ ਹੁੰਦਾ ਗੁਰ ਹੈ। ਸ਼ਬਦੀ ਸੱਚ ਜਾਣਿਆ, ਜਿਨ੍ਹਾਂ ਗੁਰਮੁਖਾਂ ਨੇ ਗੁਰੂ ਸ਼ਬਦ ਦੇ ਨਾਲ, ਗੁਰੂ ਉਪਦੇਸ਼ ਦੇ ਨਾਲ ਸੱਚ ਨੂੰ ਜਾਣਿਆ ਹੈ, ਸੱਚ ਦੀ ਸਿੱਖਿਆ ਜਿਨ੍ਹਾਂ ਨੇ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਇਹ ਗਿਆਨ ਰੂਪੀ ਸੁਰਮਾ ਬੁੱਧੀ ਰੂਪੀ ਨੇਤਰਾਂ ਵਿੱਚ ਪ੍ਰਾਪਤ ਹੋਇਆ ਹੈ। ਸਾਜਣ ਹੋਣ ਆਪਣੇ ਕਿਉ ਪਰ ਘਰ ਜਾਹੀ। ਮਹਾਰਾਜ ਕਹਿਣ ਲੱਗੇ ਜਿਹੜੇ ਸੰਤ ਨੇ ਨਾ, ਮਹਾਤਮਾ ਗੁਰਮੁਖ, ਜਦੋਂ ਉਹ ਆਪਣੇ ਬਣ ਗਏ, ਜਦੋਂ ਸਾਡਾ ਸੰਤਾਂ ਦੇ ਨਾਲ, ਗੁਰਮੁਖਾਂ ਦੇ ਨਾਲ, ਨਾਮ ਜਪਣ ਵਾਲਿਆਂ ਨਾਲ ਪਿਆਰ ਪੈ ਗਿਆ, ਸਾਜਨ ਹੋਵਣ ਆਪਣੇ, ਜਦੋਂ ਆਪਣੇ ਸੱਜਣ ਸਾਧੂ ਬਣ ਗਏ, ਕਿਉਂ ਪਰ ਘਰ ਜਾਈ, ਫਿਰ ਮੈਂ ਪਰਾਏ ਘਰ ਦੇਵੀ ਦੇਵਤਿਆਂ ਨੂੰ ਕਿਉਂ ਮੰਨਾਂਗਾ, ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਪਾਸੇ ਮੈਂ ਕਿਉਂ ਜਾਵਾਂਗਾ? ਨਹੀਂ ਜਾਵਾਂਗਾ। ਉਦੋਂ ਨਹੀਂ ਜਾਵਾਂਗਾ ਜਦੋਂ ਇਹ ਨਾਮ ਜਪਣ ਵਾਲੇ ਸੰਤ ਮੇਰੇ ਸੱਜਣ ਬਣ ਜਾਣ। ਫਿਰ ਮੈਨੂੰ ਪਰਾਇਆ ਘਰਾਂ ਦੇ ਵਿੱਚ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਪਾਸੇ ਨਹੀਂ ਜਾਣਾ ਪਵੇਗਾ। ਪਰਾਇਆ ਘਰ ਕੀ ਹੈ? ਇਹ ਵਾਰ-ਵਾਰ ਜਨਮਾਂ ਦੇ ਵਿੱਚ ਆਉਣਾ, ਵਾਰ-ਵਾਰ ਜਨਮਾਂ ਵਿੱਚ ਵੀ ਨਹੀਂ ਆਉਣਾ ਪਏਗਾ। ਬਾਰ ਪਰਾਇਆ ਬੈਸਣਾ ਸਾਈਂ ਮੁਝੈ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋ ਲੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਰਾਇਆਂ ਦੇ ਦਰਵਾਜ਼ੇ ਤੇ ਜੇ ਬੈਠਣ ਵਾਸਤੇ ਮੈਨੂੰ ਬੈਠਣਾ ਪਵੇ ਤੇ ਮਹਾਰਾਜ ਮੈਨੂੰ ਤੇ ਚੰਗਾ ਨਹੀਂ ਲੱਗਦਾ, ਫਿਰ ਤੇ ਜਾਨ ਹੀ ਕੱਢ ਲਾ ਸਰੀਰ ਵਿੱਚੋਂ। ਮੈਂ ਤੇਰੇ ਦਰ ਨੂੰ ਛੱਡ ਕੇ ਹੋਰ ਕਿਸੇ ਦਰ ਤੇ ਬੈਠਣਾ ਨਹੀਂ ਚਾਹੁੰਦਾ ਹਾਂ। ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ। ਜਿਹੜੇ ਸੰਤ ਸੱਜਣ ਨਾਮ ਦੇ ਰੰਗ ਦੇ ਵਿੱਚ ਰੰਗੇ ਨੇ, ਸੰਗੇ ਮਨ ਮਾਹੀ, ਇਹ ਮੇਰਾ ਮਨ ਉਹਨਾਂ ਦਾ ਸੰਗੀ ਹੋ ਰਿਹਾ ਹੈ। ਮੈਂ ਮਨ ਕਰਕੇ ਉਹਨਾਂ ਗੁਰਮੁਖਾਂ ਨਾਮ ਜਪਣ ਵਾਲਿਆਂ ਦਾ ਸੰਗੀ ਹੋ ਰਿਹਾ ਹਾਂ। ਮਨ ਮੈਂ ਸਾਜਨ ਕਰੇ ਰਲੀਆਂ ਕਰਮ ਧਰਮ ਸੁਭਾਇਆ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਸੱਜਣ ਪ੍ਰਮਾਤਮਾ, ਜਿਹੜੇ ਸੱਜਣ ਸੰਤ ਨੇ, ਉਹਨਾਂ ਸੰਤਾਂ ਦੇ ਮਨ ਵਿੱਚ ਜਦੋਂ ਉਹ ਸੱਜਣ ਪ੍ਰਮਾਤਮਾ ਆਇਆ, ਕਰਹਿ ਰਲੀਆਂ, ਫਿਰ ਉਹ ਖੁਸ਼ੀਆਂ ਮਨਾਉਂਦੇ ਨੇ ਕਿ ਅੱਜ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਹੈ। ਕਰਮ ਧਰਮ ਸੁਭਾਇਆ, ਉਹਨਾਂ ਦੇ ਕੀਤੇ ਸਾਰੇ ਕਰਮ, ਕਮਾਏ ਹੋਏ ਧਰਮ ਦੇ ਸਾਰੇ ਕਰਮ ਉਹਨਾਂ ਦੇ ਸਫਲੇ ਹੋ ਗਏ ਹਨ। 68 ਤੀਰਥ ਪੁੰਨ ਪੂਜਾ। 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਕਿਸੇ ਧਾਰਮਿਕ ਦਿਹਾੜੇ ਤੇ ਪੁੰਨ ਕਰਨਾ ਜਾਂ ਜਿਹੜੀ ਪੂਜਾ ਕਰਨੀ ਹੈ। ਪੁੰਨ ਤੇ ਦਾਨ ਦੋ ਸ਼ਬਦ ਨੇ। ਦਾਨ ਜਦੋਂ ਮਰਜ਼ੀ ਕਰ ਲਵੋ, ਉਹਨੂੰ ਕਿਹਾ ਜਾਂਦਾ ਦਾਨ। ਕਪੜਾ ਦਾਨ ਕਰ ਲਓ, ਜੁੱਤੀ ਦਾਨ ਕਰ ਲਓ, ਮਾਇਆ ਦਾਨ, ਜਦੋਂ ਮਰਜ਼ੀ ਦਿਨੇ ਰਾਤ ਕਰੋ, ਉਹਨੂੰ ਦਾਨ ਕਹਿੰਦੇ ਨੇ। ਪੁੰਨ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕਿਸੇ ਵਿਸ਼ੇਸ਼ ਦਿਨ ਦੇ ਉੱਪਰ ਕੀਤਾ ਜਾਵੇ, ਜਿਵੇਂ ਮੰਨ ਲਓ ਮੱਸਿਆ ਹੈ ਜਾਂ ਪੁੰਨਿਆ ਹੈ, ਇਕਾਦਸ਼ੀ ਹੈ, ਦਵਾਦਸ਼ੀ ਹੈ, ਕੁੰਭ ਦਾ ਮੇਲਾ ਹੈ, ਜਾਂ ਕੋਈ ਗ੍ਰਹਿਣ ਲੱਗਾ ਹੋਇਆ ਚੰਦਰਮਾ ਤੇ ਸੂਰਜ ਨੂੰ, ਉਦੋਂ ਜਿਹੜਾ ਦਾਨ ਕਰਨਾ ਉਹਨੂੰ ਪੁੰਨ ਕਿਹਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ 68 ਤੀਰਥਾਂ ਦੇ ਇਸ਼ਨਾਨ ਕਰਨੇ, ਪੁੰਨ ਕਰਨਾ, ਪੂਜਾ ਕਰਨੀ, ਇਹ ਉਹਨਾਂ ਮਹਾਤਮਾ ਦਾ ਸਫਲਾ ਹੋ ਗਿਆ। ਨਾਮ ਸਾਚਾ ਪਾਇਆ, ਜਿਨ੍ਹਾਂ ਨੂੰ ਸੱਚਾ ਨਾਮ ਚੰਗਾ ਲੱਗਾ ਹੈ। ਆਪ ਸਾਜੇ ਥਾਪ ਵੇਖੈ। ਉਹ ਪਰਮਾਤਮਾ ਆਪ ਹੀ ਦੁਨੀਆ ਸਾਜੇ ਬਣਾਉਂਦਾ ਹੈ, ਆਪ ਹੀ ਥਾਪ ਕਹੀਏ ਇਹਨਾਂ ਨੂੰ ਉਥਾਪਦਾ ਹੈ, ਆਪ ਹੀ ਵੇਖੇ ਕਹੀਏ ਇਹਨਾਂ ਨੂੰ ਪਾਲਦਾ ਹੈ। ਤਿਸੈ ਭਾਣਾ ਪਾਇਆ। ਤੇ ਉਸ ਪ੍ਰਮਾਤਮਾ ਦਾ ਭਾਣਾ ਹੀ ਗੁਰਮੁਖਾਂ ਨੂੰ, ਸਾਧੂਆਂ ਨੂੰ ਪਾਇਆ ਕਹੀਏ ਚੰਗਾ ਲੱਗਾ ਹੈ। ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ। ਮਹਾਰਾਜ ਕਹਿਣ ਲੱਗੇ ਉਹ ਜਿਹੜੇ ਸੱਜਣ ਨੇ ਨਾ, ਸੰਤ, ਉਹਨਾਂ ਦੇ ਮਨ ਨੂੰ ਰੰਗ ਰੰਗੀਲੜੇ, ਪ੍ਰੇਮ ਦਾ ਰੰਗ ਚੜਿਆ ਹੈ। ਪ੍ਰੇਮ ਦੇ ਰੰਗ ਦੇ ਵਿੱਚ ਉਹ ਰੰਗੇ ਗਏ। ਰੰਗ ਲਾਲ ਬਣਾਇਆ, ਲਾਲ ਨਾਮ ਹੈ ਪਿਆਰੇ ਦਾ, ਰੰਗ ਕਹੀਏ ਪ੍ਰੇਮ, ਉਹਨਾਂ ਨੂੰ ਪਿਆਰੇ ਦਾ ਪ੍ਰੇਮ ਬਣ ਗਿਆ ਹੈ। ਉਹਨਾਂ ਨੇ ਪਿਆਰੇ ਦਾ ਪ੍ਰੇਮ ਆਪਣੇ ਮਨ ਵਿੱਚ ਬਣਾਇਆ ਹੈ। ਅੰਧਾ ਆਗੂ ਜੇ ਥੀਐ
ਕਿਉਂ ਪਾਦਰ ਜਾਣਾ। ਮਹਾਰਾਜ ਕਹਿਣ ਲੱਗੇ ਅੰਧਾ ਆਗੂ, ਜਿਹੜਾ ਅਗਿਆਨੀ ਪੁਰਸ਼ ਹੈ, ਜਿਹਨੂੰ ਗਿਆਨ ਕੋਈ ਨਹੀਂ ਹੈ, ਉਹ ਅੰਧਾ ਆਗੂ ਹੈ। ਜੇ ਆਗੂ ਹੀ ਅੰਨਾ ਹੋਵੇ ਤਾਂ ਉਹ ਰਸਤਾ ਕਿਵੇਂ ਜਾਣੇਗਾ? ਜਦੋਂ ਆਗੂ ਨੂੰ ਰਸਤੇ ਦਾ ਨਹੀਂ ਪਤਾ ਤੇ ਮਗਰ ਆਪਣੀ ਬਾਕੀ ਪਾਰਟੀ ਨੂੰ ਕਿਵੇਂ ਲੈ ਕੇ ਜਾਏਗਾ? ਕੌਮ ਦੀ ਤਰਾਸਦੀ ਅੱਜ ਇਹੋ ਹੀ ਹੈ ਕਿ ਕੌਮ ਦੇ ਜਿਹੜੇ ਆਗੂ ਨੇ ਅੰਨੇ ਨੇ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਫੈਸਲਾ ਕੀ ਲੈਣਾ, ਚੱਲਣਾ ਕਿੱਧਰ ਨੂੰ ਹੈ। ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਕਹਿਣ ਵਾਲੇ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਰਸਤੇ ਦਾ, ਉਹ ਦੁਨੀਆ ਨੂੰ ਕੀ ਰਸਤਾ ਵਿਖਾ ਦੇਣਗੇ। ਗੁਰੂ ਤੇ ਬੜੇ ਅੱਜ ਵੀ ਬਣੇ ਹੋਏ, ਪਰ ਸਾਰੇ ਹਨੇਰੇ ਵਿੱਚ ਆਪ ਟੱਕਰਾਂ ਮਾਰਦੇ ਪਏ। ਜਿਹੜੇ ਆਪ ਹਨੇਰੇ ਵਿੱਚ ਤੁਰੇ ਫਿਰਦੇ ਉਹ ਦੂਜਿਆਂ ਨੂੰ ਚਾਨਣ ਕਿੱਥੋਂ ਦੇਣਗੇ? ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਅੰਧਾ ਆਗੂ ਜੇ ਥੀ ਹੈ। ਜੇ ਅਗਿਆਨੀ ਪੁਰਸ਼ ਧਾਰਮਿਕ ਗ੍ਰੰਥਾਂ ਦੇ ਗਿਆਨ ਤੋਂ ਬਿਨਾਂ ਜਿਹੜਾ ਅੰਨਾ ਹੈ, ਜੇ ਉਹ ਆਗੂ ਬਣ ਜਾਵੇ ਤਾਂ ਪਾਦਰ ਨਾਮ ਹੈ ਰਸਤੇ ਦਾ, ਪਰਮਾਤਮਾ ਦੇ ਪ੍ਰਾਪਤੀ ਦੇ ਰਸਤੇ ਨੂੰ ਉਹ ਕਿਵੇਂ ਜਾਣ ਸਕਦਾ ਹੈ? ਜਦੋਂ ਉਹਨੂੰ ਆਪ ਨੂੰ ਹੀ ਰਸਤੇ ਦਾ ਪਤਾ ਨਹੀਂ ਹੈ, ਫਿਰ ਦੁਨੀਆ ਨੂੰ ਕੀ ਰਸਤਾ ਉਸਨੇ ਦਿਖਾਉਣਾ ਹੈ? ਆਪ ਮੁਸਾ ਮਤ ਹੋਸ਼ੀਐ। ਮਹਾਰਾਜ ਕਹਿਣ ਲੱਗੀ ਉਹ ਤੁੱਛ ਮਤ ਵਾਲਾ ਆਪ ਮੁੱਸੇ ਕਹੀਏ ਲੁੱਟਿਆ ਜਾ ਰਿਹਾ। ਮੰਨ ਲਓ ਵੀ ਕਿਸੇ ਦੇ ਆਪਣੇ ਘਰ ਵਿੱਚ ਚੋਰ ਲੱਗੇ ਹੋਣ ਤੇ ਆਪਣੇ ਘਰ ਨੂੰ ਤੇ ਉਹ ਬਚਾ ਨਾ ਸਕੇ, ਤੇ ਦੁਨੀਆ ਨੂੰ ਆਖੇ ਵੀ ਤੁਹਾਡੇ ਘਰ ਦਾ ਮੈਂ ਖਿਆਲ ਰੱਖਾਂਗਾ, ਮੈਂ ਮਹੱਲੇ ਦਾ ਖਿਆਲ ਰੱਖਾਂਗਾ, ਮੈਂ ਪਿੰਡ ਦਾ ਖਿਆਲ ਰੱਖਾਂਗਾ। ਉਹ ਕਿਵੇਂ ਖਿਆਲ ਰੱਖ ਸਕਦਾ ਜਿਹਨੇ ਆਪਣਾ ਘਰ ਹੀ ਨਹੀਂ ਬਚਾਇਆ? ਉਹ ਦੂਜੇ ਦਾ ਕੀ ਬਚਾਵੇਗਾ? ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਮਤ ਜਿਹੜੀ ਮਤ ਹੈ, ਹੋਛੀਏ ਤੋਂ ਭਾਵ ਤੁੱਛ, ਜਿਨ੍ਹਾਂ ਦੀ ਥੋੜ੍ਹੀ ਮਤ ਹੈ, ਉਹਨਾਂ ਦੇ ਜਿਹੜੇ ਘਰ ਹਨ ਉਹ ਵਿਕਾਰਾਂ ਰੂਪੀ ਚੋਰਾਂ ਨੇ ਲੁੱਟ ਲਏ ਹਨ। ਕਿ ਉਹ ਰਾਹੋਂ ਪਛਾਣੇ, ਉਹ ਫਿਰ ਮੁਕਤੀ ਦਾ ਰਾਹ ਕਿਵੇਂ ਜਾਣ ਸਕਦੇ ਹਨ? ਜੋ ਰਾਹੇ ਜਾਵੇ ਮਹਿਲ ਪਾਵੇ। ਉਹ ਪ੍ਰਮਾਤਮਾ ਦੇ ਸਰੂਪ ਨੂੰ ਕਿਵੇਂ ਪਾ ਕੇ ਤੇ ਮੁਕਤੀ ਦਾ ਰਸਤਾ ਕਿਵੇਂ ਜਾਣ ਸਕਦੇ ਹਨ? ਅੰਧ ਕੀ ਮਤ ਅੰਧਲੀ। ਕਿਉਂਕਿ ਉਸ ਅੰਨੇ ਅਗਿਆਨੀ ਦੀ ਅੰਨੀ ਮਤ ਹੈ, ਉਸ ਨੂੰ ਆਪ ਕੋਈ ਸੋਝੀ ਗਿਆਨ ਨਹੀਂ ਹੈ। ਨਾਮ ਹਰ ਕੇ ਕਛ ਨਾ ਸੂਝੈ। ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਸੁਝਦਾ ਨਹੀਂ ਹੈ। ਅੰਧ ਬੁੱਢੋ ਅੰਧਲੀ। ਤੇ ਮਹਾਰਾਜ ਕਹਿਣ ਲੱਗੇ ਅੰਧਾ ਅਗਿਆਨੀ ਜੀਵ ਧੰਦਿਆਂ ਵਿੱਚ ਲਾ ਕੇ ਡੁੱਬਦਾ ਪਿਆ ਹੈ। ਅਗਿਆਨੀ ਪੁਰਸ਼ ਧੰਦਿਆਂ ਵਿੱਚ ਲਾ ਕੇ ਡੁੱਬਦਾ ਪਿਆ ਹੈ। ਦਿਨ ਰਾਤ ਚਾਨਣ ਚਾਉ ਉਪਜੈ। ਸ਼ਬਦ ਗੁਰ ਕਾ ਮਨ ਵਸੈ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਸ਼ਬਦ ਦਾ ਚਾਅ ਪੈਦਾ ਹੋਇਆ ਹੈ, ਚਾਉ ਉਪਜੈ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਉਪਦੇਸ਼ ਦਾ ਚਾਅ ਪੈਦਾ ਹੋਇਆ ਹੈ, ਗੁਰ ਕਾ ਸ਼ਬਦ ਮਨ ਵਸੈ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ, ਦਿਨ ਰਾਤ ਚਾਨਣ, ਉਹਨਾਂ ਨੂੰ ਦਿਨੇ ਰਾਤ ਫਿਰ ਗਿਆਨ ਦਾ ਚਾਨਣ ਪ੍ਰਾਪਤ ਹੁੰਦਾ ਹੈ। ਕਰ ਜੋੜ ਗੁਰ ਪੈ ਕਰ ਬੇਨੰਤੀ। ਰਾਹੋ ਪਾਦਰ ਗੁਰ ਦਸੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਹੱਥ ਜੋੜ ਕੇ ਗੁਰੂ ਦੇ ਅੱਗੇ ਬੇਨਤੀ ਕਰ। ਕਾਹਦੀ ਬੇਨਤੀ ਕਰਨੀ ਹੈ? ਕਿਉਂਕਿ ਮੁਕਤੀ ਦਾ ਰਾਹ ਕੇਵਲ ਗੁਰੂ ਦੱਸਣ ਵਾਲਾ ਹੈ, ਪਾਦਰ ਨਾਮ ਰਸਤੇ ਦਾ ਹੈ। ਕਰ ਜੋੜ ਗੁਰ ਪਹਿ ਕਰੋ ਬੇਨੰਤੀ। ਹੱਥ ਜੋੜ ਕੇ ਅੱਗੇ ਗੁਰੂ ਦੇ ਬੇਨਤੀ ਕਰ। ਸਤਿਗੁਰੂ ਮੁਕਤੀ ਦਾ ਰਾਹ ਆਪ ਹੀ ਦੱਸਣ ਵਾਲੇ ਹੋ। ਪਾਦਰ ਗੁਰ ਦਸੈ ਮਨ ਪਰਦੇਸੀ। ਜੇ ਥੀਏ ਸਭ ਦੇਸ਼ ਪਰਾਇਆ। ਮਹਾਰਾਜ ਕਹਿਣ ਲੱਗੇ ਇਹ ਜਿਹੜਾ ਮਨ ਹੈ, ਇਹ ਜੇ ਕਰਕੇ ਪਰਦੇਸੀ ਹੋ ਜਾਵੇ, ਪਰਦੇਸੀ ਤੋਂ ਭਾਵ ਹੈ ਕਿ ਵੈਰਾਗਵਾਨ ਹੋ ਜਾਵੇ। ਪਰਦੇਸੀ ਉਹਨੂੰ ਕਿਹਾ ਜਾਂਦਾ ਜਿਹੜਾ ਦੇਸ਼ ਨੂੰ ਛੱਡ ਕੇ ਦੂਰ ਚਲਾ ਜਾਵੇ। ਵੈਰਾਗ ਵੀ ਉਹਨੂੰ ਹੀ ਕਿਹਾ ਜਾਂਦਾ ਹੈ ਜਿਹੜਾ ਸਭ ਕੁਝ ਕੋਲ ਹੁੰਦਿਆਂ ਸਭ ਕੁਝ ਛੱਡਣ ਦੀ ਸਮਰੱਥਾ ਰੱਖਦਾ ਹੈ, ਜਿਹਨੇ ਮਨ ਕਰਕੇ ਸਭ ਕੁਝ ਛੱਡ ਦਿੱਤਾ ਹੈ। ਰਹਿੰਦਾ ਭਾਵੇਂ ਪਰਿਵਾਰ ਸੰਸਾਰ ਵਿੱਚ ਹੀ ਹੈ, ਪਰ ਉਸਨੇ ਮਨ ਕਰਕੇ ਸਭ ਕੁਝ ਤਿਆਗਿਆ ਹੈ, ਉਸ ਨੂੰ ਵੈਰਾਗੀ ਕਿਹਾ ਜਾਂਦਾ ਹੈ। ਮਨ ਪਰਦੇਸੀ ਜੇ ਥੀ ਹੈ, ਜੇ ਕਰਕੇ ਇਹ ਮਨ ਵੈਰਾਗਵਾਨ ਹੋ ਜਾਵੇ, ਸਭ ਦੇਸ ਪਰਾਇਆ, ਫਿਰ ਇਹ ਸਾਰੀ ਦੁਨੀਆ ਨੂੰ ਆਪਣਾ ਨਹੀਂ ਸਮਝਦਾ ਹੈ, ਇਹ ਦੁਨੀਆ ਨੂੰ ਪਰਾਇਆ ਸਮਝਦਾ ਹੈ। ਪਰਾਇਆ ਕਿਹਦਾ ਸਮਝਦਾ ਹੈ? ਵੀ ਇਹ ਸਭ ਕੁਝ ਪਰਮਾਤਮਾ ਦਾ ਹੀ ਹੈ, ਮੇਰਾ ਨਹੀਂ ਹੈ। ਹੁਣ ਆਪਾਂ ਇਹ ਸਮਝਦੇ ਹਾਂ ਵੀ ਇਹ ਸਭ ਕੁਝ ਮੇਰਾ ਹੈ, ਮੇਰੇ ਤੋਂ ਕੋਈ ਲੈ ਨਹੀਂ ਸਕਦਾ। ਪਰ ਜਦੋਂ ਅਸੀਂ ਇਹ ਸਮਝ ਲਿਆ ਵੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਵੀ ਮੇਰਾ ਕੁਝ ਨਹੀਂ ਹੈ, ਜੋ ਕੁਝ ਵੀ ਹੈ ਪਰਮਾਤਮਾ ਦਾ ਹੀ ਹੈ,
ਫਿਰ ਸਾਡੇ ਦੁੱਖ ਤੇ ਤਕਲੀਫ ਨਾਸ ਹੋ ਜਾਣਗੇ। ਮਹਾਰਾਜ ਕਹਿਣ ਲੱਗੇ ਮਨ ਪਰਦੇਸੀ ਜੇ ਥੀਐ, ਜੇਕਰ ਕੇ ਮਨ ਵੈਰਾਗਵਾਨ ਹੋ ਜਾਵੇ, ਸਭ ਦੇਸ ਪਰਾਇਆ, ਫਿਰ ਇਹ ਸਾਰੇ ਸੰਸਾਰ ਨੂੰ ਪਰਾਇਆ ਸਮਝਦਾ, ਆਪਣਾ ਨਹੀਂ ਪਰਮੇਸ਼ਰ ਦਾ ਸਮਝਦਾ ਹੈ। ਕਿਸ ਪਹ ਖੋਲੋਂ ਗੰਠੜੀ ਦੁਖੀ ਭਰ ਆਇਆ। ਮੈਂ ਆਪਣੇ ਦੁੱਖ ਦੀ ਗੰਠ ਕਿਹਦੇ ਅੱਗੇ ਖੋਲਾਂ? ਗੰਠ ਨਾਮ ਪੋਟਲੀ ਦਾ, ਪੰਡ ਦਾ ਹੈ। ਮੈਂ ਆਪਣਾ ਦੁੱਖ ਕਿਹਨੂੰ ਸੁਣਾਵਾਂ? ਮੈਂ ਕਿਸੇ ਨੂੰ ਆਪਣਾ ਇੱਕ ਦੁੱਖ ਸੁਣਾਇਆ ਹੈ, ਦੁਖੀ ਭਰਿਆ ਆ, ਅਗਲਾ ਬੰਦਾ ਤੇ ਮੇਰੇ ਨਾਲੋਂ ਪਹਿਲਾਂ ਜ਼ਿਆਦਾ ਦੁੱਖਾਂ ਦਾ ਭਰਿਆ ਪਿਆ। ਇਹ ਦੁਨੀਆ ਹੀ ਇਹੋ ਜਿਹੀ ਹੈ। ਮੈਂ ਆਪਣਾ ਦੁੱਖ ਕਿਹਨੂੰ ਦੱਸਾਂ ਵੀ ਮੈਂ ਦੁਖੀ ਹਾਂ? ਜਿਹਨੂੰ ਮੈਂ ਕਿਸੇ ਨੂੰ ਆਪਣਾ ਦੁੱਖ ਦੱਸਿਆ, ਉਹਨੇ ਆਖਿਆ ਤੈਨੂੰ ਤੇ ਇੱਕ ਦੁੱਖ ਹੈ, ਮੇਰੇ ਕੋਲ ਤੇ 50 ਨੇ, ਲੈ ਸੁਣ ਮੈਨੂੰ ਆ ਦੁੱਖ ਹੈ। ਇਹ ਸਾਰੀ ਦੁਨੀਆ ਦੁੱਖਾਂ ਦੀ ਭਰੀ ਪਈ ਹੈ, ਸਾਰਾ ਸੰਸਾਰ ਹੀ ਦੁੱਖਾਂ ਦਾ ਭਰਿਆ ਹੋਇਆ ਹੈ। ਦੁਖੀ ਭਰ ਆਇਆ ਜਗਤ ਸੁਭਾਇਆ। ਇਹ ਸਾਰਾ ਜਗਤ ਦੁੱਖਾਂ ਦਾ ਭਰਿਆ ਹੀ ਪਿਆ ਹੈ। ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹਾ ਅੱਗ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਮੈਨੂੰ ਤੇ ਲੱਗਿਆ ਵੀ ਮੈਂ ਦੁਖੀ ਹਾਂ, ਪਰ ਜਿਸ ਵੇਲੇ ਮੈਂ ਸਾਰੀ ਦੁਨੀਆ ਵੱਲ ਨਿਗਾਹ ਮਾਰੀ ਤੇ ਵੇਖਿਆ ਵੀ ਦੁੱਖਾਂ ਦੀ ਅੱਗ ਤੇ ਹਰੇਕ ਘਰ ਨੂੰ ਲੱਗੀ ਹੋਈ ਹੈ। ਕਿਸੇ ਨੂੰ ਤਨ ਦੀ, ਕਿਸੇ ਨੂੰ ਮਨ ਦੀ, ਕਿਸੇ ਨੂੰ ਧਨ ਦੀ, ਕਿਸੇ ਨੂੰ ਪਰਿਵਾਰ ਦੀ, ਕਿਸੇ ਨੂੰ ਆਪਣੀ, ਕਿਸੇ ਨੂੰ ਬਗਾਨੇ ਦੀ, ਹਰੇਕ ਨੂੰ ਕੋਈ ਨਾ ਕੋਈ ਦੁੱਖ ਲੱਗਾ ਹੋਇਆ। ਤਾਂ ਹੀ ਮਹਾਰਾਜ ਨੇ ਆਖਿਆ ਨਾਨਕ ਦੁਖੀਆ ਸਭ ਸੰਸਾਰ। ਇਹ ਸਾਰੀ ਦੁਨੀਆ ਹੀ ਦੁਖੀ ਹੈ। ਕਹਿਣ ਲੱਗੇ ਭਾਈ ਸਾਰਾ ਸੰਸਾਰ ਦੁੱਖਾਂ ਦਾ ਭਰਿਆ ਪਿਆ ਹੈ। ਕੌਣ ਜਾਣ ਬਿਦ ਮੇਰੀਆ। ਮੇਰੀ ਵਿਧੀ ਨੂੰ, ਮੇਰੀ ਤਕਲੀਫ ਨੂੰ ਕੌਣ ਜਾਣ ਸਕਦਾ? ਸਾਰੀ ਦੁਨੀਆ ਆਪਣੇ ਦੁੱਖ ਵਿੱਚ ਦੁਖੀ ਹੈ। ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ। ਮਹਾਰਾਜ ਇਹ ਜਿਹੜੇ ਖਰੇ ਡਰਾਵਣੇ, ਜਿਹੜਾ ਬਹੁਤ ਭਾਰੀ ਡਰਾਉਣ ਵਾਲੇ ਜਮ ਨੇ ਨਾ, ਇਹ ਜਿਹੜੇ ਜਮ ਹਨ ਇਹਨਾਂ ਨੂੰ ਵੇਖ ਕੇ ਡਰ ਲੱਗਦਾ ਹੈ। ਆਵਣੇ ਜਾਵਣੇ, ਮੈਂ ਵਾਰ-ਵਾਰ ਜੰਮ ਕੇ ਆਉਂਦਾ ਹਾਂ, ਵਾਰ-ਵਾਰ ਜਾਵਣੇ ਮਰ ਕੇ ਜਾਂਦਾ ਹਾਂ। ਟੋਟ ਨਾ ਆਵੇ ਫੇਰੀਆ, 84 ਲੱਖ ਜੂਨਾਂ ਦੀ ਫੇਰੀ ਦਾ ਘਾਟਾ ਕੋਈ ਨਹੀਂ ਆਉਂਦਾ ਹੈ। ਮੈਂ ਜਿਹੜੇ ਚੱਕਰ ਵਿੱਚ ਪੈ ਗਿਆ, ਚੱਕਰ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ ਹੈ। 84 ਲੱਖ ਜੂਨਾਂ ਦਾ ਇਹ ਫੇਰਾ ਮੁੱਕਣ ਵਿੱਚ ਨਹੀਂ ਆਉਂਦਾ ਹੈ, ਵਾਰ-ਵਾਰ ਜੀਵ ਨੂੰ ਪੈਂਦਾ ਹੈ। ਨਾਮ ਵਿਹੋਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਨਹੀਂ ਸੁਣਿਆ ਹੈ, ਉਹ ਨਾਮ ਤੋਂ ਵਿਹੂਣੇ, ਊਣੇ ਝੂਣੇ ਕਹੀਏ ਮੁਰਝਾਏ ਹੋਏ ਨੇ, ਉਦਾਸ ਹੀ ਰਹਿੰਦੇ, ਹਰ ਵੇਲੇ ਪਦਾਰਥਾਂ ਦੇ ਫਿਕਰ ਵਿੱਚ ਡੁੱਬੇ ਰਹਿੰਦੇ ਹਨ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। ਭਾਈ ਜੇ ਕਰਕੇ ਮਨ ਪਰਦੇਸੀ ਕਹੀਏ, ਵੈਰਾਗਵਾਨ ਹੋ ਜਾਵੇ, ਫਿਰ ਇਹ ਬਚਨ ਸਮਝ ਲੈਂਦਾ ਹੈ ਵੀ ਇਹ ਦੁਨੀਆ ਮੇਰੀ ਨਹੀਂ, ਇਹ ਸੰਸਾਰ ਮੇਰਾ ਨਹੀਂ ਹੈ, ਇਹ ਪਰਾਇਆ ਹੈ। ਪਰਾਇਆ ਕੌਣ? ਪਰਮਾਤਮਾ। ਵੀ ਇਹ ਸਾਰੀ ਦੁਨੀਆ ਪਰਮਾਤਮਾ ਦੀ ਹੈ। ਗੁਰ ਮਹਿਲੇ ਘਰ ਆਪਣਾ ਸੋ ਭਰਪੂਰ ਲੀਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਜਪਿਆ ਹੈ, ਉਹ ਜਿਹੜੀ ਜੀਵ ਰੂਪ ਇਸਤਰੀ ਹੈ, ਉਹ ਇਹ ਗੱਲ ਜਾਣਦੀ ਹੈ ਕਿ ਮੇਰੇ ਸਰੀਰ ਦੇ ਵਿੱਚ ਉਹ ਪਰਮਾਤਮਾ ਸਾਰਿਆਂ ਥਾਵਾਂ ਤੇ ਪਰਿਪੂਰਨ ਹੈ। ਜਿਸ ਜੀਵ ਇਸਤਰੀ ਨੇ ਪਰਮਾਤਮਾ ਦਾ ਉਪਦੇਸ਼, ਗੁਰੂ ਦਾ ਉਪਦੇਸ਼ ਲੈ ਲਿਆ ਹੈ, ਉਹ ਜਾਣਦੀ ਹੈ ਕਿ ਜੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਾ ਭਗਵੰਤ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਕਿ ਜਿਹੜਾ ਮੇਰੇ ਸਰੀਰ ਦੇ ਵਿੱਚ ਵਰਤ ਰਿਹਾ, ਉਹੀ ਪਰਮਾਤਮਾ ਸੰਸਾਰ ਦੇ ਵਿੱਚ ਹੈ। ਸੇਵਕ ਸੇਵਾ ਤਾ ਕਰੇ ਸੱਚ ਸ਼ਬਦ ਪਤੀਣਾ। ਜਿਹੜੇ ਸੱਚੇ ਸ਼ਬਦ ਉੱਪਰ ਪਤੀਣਾ ਕਹੀਏ ਭਿੱਜ ਗਏ, ਉਹ ਸੇਵਕ ਬਣ ਕੇ ਤਾਂ ਸੇਵਾ ਕਰਦੇ ਹਨ। ਸ਼ਬਦੇ ਪਤੀਜੈ ਅੰਕ ਭੀਜੈ। ਜਿਹੜੇ ਸ਼ਬਦ ਉੱਪਰ ਭਰੋਸਾ ਰੱਖਦੇ, ਉਹਨਾਂ ਦੇ ਹਿਰਦੇ ਜਿਹੜੇ ਨੇ ਨਾਮ ਅੰਮ੍ਰਿਤ ਨਾਲ ਭਰ ਗਏ ਹਨ। ਮਹਿਲ ਮਹਿਲਾ ਅੰਤਰੇ। ਉਹ ਫਿਰ ਜਾਣ ਲੈਂਦੇ ਨੇ ਵੀ ਉਹ ਜਿਹੜਾ ਮਹਿਲ ਪਰਮਾਤਮਾ ਹੈ ਨਾ, ਮਹਿਲਾ ਅੰਤਰੇ ਸਾਰੇ ਸਰੀਰਾਂ ਵਿੱਚ ਹੀ ਹੈ। ਹੁਣ ਤੇ ਆਪਾਂ ਜਾਣਦੇ ਨਾ ਵੀ ਇਹ ਸਰੀਰ ਮੇਰਾ ਤੇ ਇਹ ਤੇਰਾ ਹੈ, ਪਰ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਨਾ, ਉਹ ਇਹ ਗੱਲ ਜਾਣ ਲੈਂਦੇ ਕਿ ਜਿਹੜਾ ਪਰਮਾਤਮਾ ਮੇਰੇ ਸਰੀਰ ਵਿੱਚ ਹੈ, ਉਹੀ ਦੂਜੇ ਦੇ ਸਰੀਰ ਵਿੱਚ ਹੈ, ਵੀ ਉਹ ਪਰਮਾਤਮਾ ਸਾਰੇ ਸਰੀਰਾਂ ਵਿੱਚ ਆਇਆ ਹੋਇਆ ਹੈ। ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਕਰਤਾ ਸਭ ਕੁਝ ਆਪ ਕਰਨ ਵਾਲਾ ਹੈ। ਨਿਰੰਤਰੇ ਕਹੀਏ ਇੱਕ ਰਸ, ਉਸ ਪਰਮਾਤਮਾ ਦਾ ਨਾਮ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ। ਆਦਿ ਅੰਤ ਪਰਮਾਤਮਾ ਉਹੀ ਰਹਿਣ ਵਾਲਾ ਹੈ। ਸ਼ਬਦ ਮੇਲਾ ਤਾਂ ਸੁਹੇਲਾ
ਬਾਜੰਤ ਅਨਹਦ ਬੀਣਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਦਾ ਗੁਰੂ ਸ਼ਬਦ ਨਾਲ ਮੇਲਾ ਮਿਲਾਪ ਹੋਇਆ ਹੈ ਉਹ ਸਦਾ ਸੁਹੇਲਾ, ਸਦਾ ਵਾਸਤੇ ਖੁਸ਼ ਰਹਿੰਦੇ ਹਨ। ਤੇ ਉਹਨਾਂ ਦੇ ਅੰਦਰ ਅਨਹਦ ਬਾਜੇ ਜਿਹੜੇ ਹਰ ਵੇਲੇ ਉਹਨਾਂ ਦੀ ਬੀਣਾ ਵੱਜਦੀ ਹੈ। ਗੁਰ ਮਹਿਲੀ ਘਰ ਆਪਣੇ ਸੋ ਭਰਪੁਰ ਲੀਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੀਵ ਰੂਪ ਜਿਹੜੀ ਇਸਤਰੀ ਹੈ ਉਹ ਪਰਮਾਤਮਾ ਨੂੰ ਆਪਣੇ ਅੰਦਰ ਅਤੇ ਸਾਰੇ ਸਰੀਰਾਂ ਵਿੱਚ ਆਇਆ ਹੋਇਆ ਜਾਣ ਕੇ ਉਹਦੇ ਨਾਮ ਨੂੰ ਜਪਣ ਵਿੱਚ ਲੱਗ ਕੇ ਕਹਿਣ ਲੱਗੇ ਕਿ ਉਹ ਪਰਮਾਤਮਾ ਜਿਹੜਾ ਹੈ ਗੁਰਮਹਿਲੀ ਘਰੇ ਆਪਣੇ ਸੋ ਭਰਪੁਰ ਲੀਨਾ, ਉਹ ਜਿਹੜਾ ਪਰਮਾਤਮਾ ਮੇਰੇ ਸਰੀਰ ਵਿੱਚ ਹੈ ਉਹੀ ਸਾਰਿਆਂ ਦੇ ਵਿੱਚ ਹੈ, ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ। ਕੀਤਾ ਕਿਆ ਸਲਾਹੀਏ ਕਰ ਵੇਖੈ ਸੋਈ। ਮਹਾਰਾਜ ਦੇ ਅੱਗੇ ਬੇਨਤੀ ਕਰੀਏ, ਸਤਿਗੁਰੂ ਕੀਤਾ ਇਹ ਬੰਦਾ ਤੇਰਾ ਬਣਾਇਆ ਹੋਇਆ ਹੈ, ਜਿਹੜਾ ਤੇਰਾ ਬਣਾਇਆ ਹੋਇਆ ਹੈ ਇਸ ਬੰਦੇ ਦੀ ਕੀ ਸਿਫਤ ਕਰੀਏ? ਨਹੀਂ ਕਰਨੀ ਚਾਹੀਦੀ, ਬੰਦੇ ਦੀ ਸਿਫਤ ਨਹੀਂ ਕਰਨੀ ਚਾਹੀਦੀ, ਪਰ ਆਪਾਂ ਕਰਦੇ ਗੁਣ ਗਾਉਂਦੇ ਆ, ਉਹਦੇ ਜਿਉਂਦਿਆਂ ਵੀ ਗੁਣ ਗਾਈ ਜਾਈਦੇ ਵੀ ਤੇਰੇ ਵਰਗਾ ਕੋਈ ਨਹੀਂ ਹੈ। ਜਦੋਂ ਮਰ ਜਾਂਦਾ ਨਾ ਉਹਦੇ ਭੋਗ ਤੇ ਵੀ ਉਹਦੇ ਹੀ ਗੁਣ ਗਾਏ ਜਾਂਦੇ ਵੀ ਇਹ ਬੰਦਾ ਬੜਾ ਚੰਗਾ ਸੀ, ਇਹਨੇ ਦੁਨੀਆ ਨੂੰ ਮੋਢਾ ਦੇ ਕੇ ਰੱਖਿਆ, ਜੇ ਇਹ ਨਾ ਹੁੰਦਾ ਤੇ ਦੁਨੀਆ ਨਹੀਂ ਸੀ ਬਚਣੀ। ਉਹਦੀਆਂ ਝੂਠੀਆਂ ਸਿਫਤਾਂ ਦੇ ਪੁਲ ਬੰਨੇ ਜਾਂਦੇ, ਉਹਦੇ ਬੱਚਿਆਂ ਦੀ ਵਡਿਆਈ ਕਰੀ ਜਾਂਦੇ। ਮਹਾਰਾਜ ਕਹਿਣ ਲੱਗੇ, ਕੀਤਾ ਕਿਆ ਸਲਾਹੀ ਹੈ, ਜਿਹੜਾ ਜੀਵ ਰੱਬ ਨੇ ਪੈਦਾ ਕੀਤਾ ਇਹਦੀ ਸਿਫਤ ਕੀ ਕਰਨੀ ਹੈ? ਇਹਦੀ ਸਿਫਤ ਨਾ ਕਰ, ਜਿਹਨੇ ਪੈਦਾ ਕੀਤਾ ਹੈ ਉਹਦੀ ਸਿਫਤ ਕਰ ਜੇ ਕਰਨੀ ਹੈ। ਕੀਤਾ ਜੀਵ ਪੈਦਾ ਕੀਤਾ, ਕਿਆ ਸਲਾਹੀ ਹੈ, ਇਹਦੀ ਕੀ ਵਡਿਆਈ ਕਰਨੀ ਹੈ? ਕਰ ਵੇਖੈ ਸੋਈ, ਕਿਉਂਕਿ ਪ੍ਰਮਾਤਮਾ ਦੀ ਵਡਿਆਈ ਕਰ ਜਿਹਨੇ ਸਾਰੀ ਦੁਨੀਆ ਬਣਾਈ ਹੈ, ਉਹਦੀ ਸਿਫਤ ਕਰਕੇ ਵੇਖਣਾ ਕਰ। ਲਾਗੀ ਕੀਮਤ ਨਾ ਪਵੇ, ਉਸ ਪ੍ਰਮਾਤਮਾ ਦਾ ਕਦੇ ਅੰਤ ਨਹੀਂ ਪੈਂਦਾ ਹੈ। ਜੇ ਲੋਚੈ ਕੋਈ, ਜੇ ਸਾਰੀ ਦੁਨੀਆ ਆਖੇ ਵੀ ਮੈਂ ਪ੍ਰਮਾਤਮਾ ਦਾ ਅੰਤ ਪਾ ਲਵਾਂਗਾ, ਨਹੀਂ ਪਾਇਆ ਜਾਂਦਾ ਹੈ। ਕੀਮਤ ਸੋ ਪਾਵੇ ਆਪ ਜਣਾਵੇ, ਜਿਹਨੂੰ ਆਪਣਾ ਆਪ ਜਨਾਉਂਦਾ ਹੈ ਉਹ ਪ੍ਰਮਾਤਮਾ ਉਹੀ ਉਹਦੀ ਕੀਮਤ ਨੂੰ ਜਾਣਦਾ ਹੈ। ਆਪ ਭੁੱਲ ਨਾ ਭੁੱਲੈ, ਉਹ ਪ੍ਰਮਾਤਮਾ ਕਦੇ ਆਪ ਭੁੱਲਣ ਵਿੱਚ ਨਹੀਂ ਆਉਂਦਾ ਹੈ। ਜੈ ਜੈਕਾਰ ਕਰੇ ਤੁਧ ਭਾਵੈ, ਜਿਹੜੇ ਤੈਨੂੰ ਭਾ ਜਾਂਦੇ ਸਤਿਗੁਰੂ ਉਹਨਾਂ ਦੀ ਸਾਰੇ ਜੈ ਜੈਕਾਰ ਕਰਦੇ ਹਨ। ਗੁਰ ਕੇ ਸ਼ਬਦ ਮੁੱਲੈ, ਗੁਰੂ ਦਾ ਸ਼ਬਦ ਅਮੋਲਕ ਹੈ, ਗੁਰੂ ਦੇ ਸ਼ਬਦ ਦਾ ਮੁੱਲ ਨਹੀਂ ਪਾਇਆ ਜਾਂਦਾ। ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਉਹਨਾਂ ਦੀ ਸਾਰੇ ਜੈ ਜੈਕਾਰ ਕਰਦੇ ਹਨ। ਤੀਨੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਭਾਈ। ਇਹ ਬੇਨਤੀ ਕਰ, ਹੇ ਭਾਈ, ਹੇ ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਮੈਂ ਹੀਨੋ, ਮੈਂ ਨੀਚ, ਮੈਂ ਹੀਣਾ ਹਾਂ, ਮੇਰੇ ਕੋਲ ਸ਼ੁਭ ਗੁਣ ਕੋਈ ਨਹੀਂ ਹੈ। ਮੈਂ ਨੀਚ ਜਾਤੀ ਕਰਕੇ ਵੀ ਨੀਵਾਂ ਹਾਂ, ਮੈਂ ਜਾਤ ਕਰਕੇ ਵੀ ਨੀਵਾਂ ਹਾਂ, ਮੈਂ ਗੁਨਾਹ ਕਰਕੇ ਵੀ ਹੀਣਾ ਹਾਂ, ਪਰ ਮੈਂ ਤੇਰੇ ਸੱਚੇ ਨਾਮ ਨੂੰ ਛੱਡਦਾ ਨਹੀਂ ਹਾਂ, ਤੇਰੇ ਸੱਚੇ ਨਾਮ ਨੂੰ ਜਪਦਾ ਹਾਂ। ਨਾਨਕ ਜਿਨ ਕਾ ਦੇਖਿਆ ਦੇਵੈ ਮਤ ਸਾਈ, ਜਿਸ ਪ੍ਰਮਾਤਮਾ ਨੇ ਦੁਨੀਆ ਬਣਾਈ ਹੈ, ਦੁਨੀਆ ਬਣਾ ਕੇ ਦੁਨੀਆ ਵੇਖਦਾ ਪਿਆ ਹੈ, ਉਹੀ ਜਿਹੜਾ ਪ੍ਰਮਾਤਮਾ ਹੈ ਸਾਰਿਆਂ ਨੂੰ ਸੁਭ ਮਤੀ ਬਖਸ਼ਿਸ਼ ਕਰਦਾ ਹੈ। ਸਾਰਿਆਂ ਨੂੰ ਮਤ ਦੇਣ ਵਾਲਾ ਵੀ ਉਹੀ ਹੈ ਜਿਹਨੇ ਦੁਨੀਆ ਬਣਾਈ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਜੋ ਸੱਜਣ ਅਸੀਸੜੀਆਂ ਜੋ ਵੈ ਸਾਹਿਬ ਸੇ ਮੇਲਾ। ਤੀਨੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਭਾਈ। ਨਾਨਕ ਜਿਨ ਕਾ ਦੇਖਿਆ ਦੇਵੈ ਮਤ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।